ਤੁਹਾਡਾ ਕੋਈ ਕਸੂਰ ਨਹੀਂ। ਓਏ ਮਲਕ ਸਾਹਿਬ ਨੂੰ ਛੱਡ ਦਿਓ। ਨਾ ਕਰੋ ਕੋਈ ਗੱਲ ਨਾ ਕਰੋ। आमिर भाई देखो जरा कंट्रोल करो आमिर भाई। ਮਲਕ ਸਾਹਿਬ ਖਾਮੋਸ਼ ਹੋ ਜਾਓ। ਤੁਸੀਂ ਨਾਲ ਗਾਲਾਂ ਕੱਢਦੇ ਹੋ, ਨਾਲ ਚੀਕਾਂ ਮਾਰਦੇ ਹੋ, ਨਾਲ ਤੁਹਾਡਾ ਪਾਣੀ ਨਾਲ ਗਲਾ ਖੁਸ਼ਕ ਹੋਇਆ। ਤੁਹਾਨੂੰ ਆਖਿਆ ਪਾਣੀ ਕੋਲ ਰੱਖੋ ਬੋਤਲ ਪਾਣੀ ਵਾਲੀ, ਤੇ ਤੁਸੀਂ ਜਿਹੜਾ ਉਹ ਹਾਲਾਤ ਤੁਹਾਡੇ ਤੇ ਗਰਮ ਹੋਏ। ਜੀ ਚੌਹਾਨ ਸਾਹਿਬ जी मैं ये कहन लगा सी इन्होंने दलील पेश की है कि नबूवत की ते ज़रूरत तद पैदा होती है जो गुमराही आ जाती है। मिर्जा साहब को तो चूंकि मिर्जा साहब जो आए सी उन्होंने यह कहा कि नहीं तुसी गुमराह हो। 2 अरब मुसलमानों ने कहा नहीं तू झूठा है, तू कज़ाब है, तू झूठ बोल रहे हैं। असी तो साढ़े को कुरान है हदीस है, सानू जरूरत नहीं किसी नबूवत की, असी तो हदायत ते कायम है। तो इस वजह ਨਾਲ उन्होंने मिर्जा साहब का इनकार कर दिता। तो यही वाली दलील पेश करे मलिक इवान साहब कि ऐसे नबी नूं तो असीं मन्नांगे ही नहीं जिहड़ा आके सानू गुमराह कहे, क्योंकि असीं तो हदायत ते कायम है। तो मिर्जा साहब के वक्त भी सारे मुसलमान यही कहते सी असीं हदायत ते कायम है। बाबा जी तुसीं की लैण आए उत्थे, झूठे कज़ाब हो तुसीं। ते मलिक साहब वही दलील पेश कर कोई अगली दलील रखेगा कि जिस दलील ने मिर्जा साहब नूं कज़ाब हो ते जान मुसलमानां ने कहा उसे दलील नाल असीं जंबा साहब नूं कज़ाब हो ते ਮਲਕ ਸਾਹਿਬ ਗੱਲ ਤੇ ਕਰਨ ਦਿਓ ਉਹਨਾਂ ਨੂੰ, ਗੱਲ ਤੇ ਕਰਨ ਦਿਓ। ਇੱਕ ਮੁਜੱਦਦ ਉਹ ਤੁਸੀਂ ਉਹਨਾਂ ਦੀ ਗੱਲ ਵਿੱਚ ਬੜੇ ਫਾਇਦੇ ਹੋ, ਮੇਰੀ ਗੱਲ ਵਿੱਚ ਆਪ ਬੋਲਦੇ ਹੋ, ਉਹਨਾਂ ਦੀ ਗੱਲ ਵਿੱਚ ਮੈਨੂੰ ਵੀ ਚੁੱਪ ਕਰਾ ਦਿਓ। ਤੂੰ ਵੀ ਚੁੱਪ ਕਰ ਜਾ ਕਿਉਂਕਿ ਮੈਂ ਉਸੇ ਦੇ ਨਾਲ ਹਾਂ, ਮੈਂ ਉਸਦਾ ਵਕੀਲ ਹਾਂ। ਉਹ ਗੱਲ ਕਰਦਾ ਤੂੰ ਬੋਲੇਗਾ ਤੇਰੇ ਖਿਲਾਫ ਮੈਂ ਵੀ ਬੋਲਾਂਗਾ, ਮੈਂ ਵੀ ਨਹੀਂ ਬੋਲਾਂਗਾ। ਨਜ਼ੀਰ ਮਲਕ ਸਾਹਿਬ ਨੂੰ ਕੁਛ ਨਾ ਕਹੋ, ਇਹ ਪਾਗਲਖਾਨੇ ਜਾਣ ਵਾਲੇ ਨਾ ਅਨਕਰੀਬ। ਮੈਂ ਤੇ ਅਨਕਰੀਬ ਜਾ ਰਿਹਾ। ਤੁਹਾਡਾ ਬਾਪ ਦਾਦਾ ਉੱਥੇ ਗਿਆ, ਤੁਸੀਂ ਆਪ ਉੱਥੇ ਮੌਜੂਦ ਹੋ। ਦੇਖਿਆ ਜੇ ਇਹ ਦੇਖਿਆ ਦੇਖੇ ਮੇਰੇ ਬਾਪ ਦਾਦਾ ਨੂੰ ਮਾਫ ਕਰ ਦਿਓ। ਮੈਂ ਇਹਨੂੰ ਕਹਿ ਇਹਨਾਂ ਨੂੰ ਲਾਹੌਰ ਪੜਾਓ, ਇਹਨਾਂ ਕੋਲ ਅਕਲੀ ਦਲੀਲਾਂ ਕੋਈ ਨਹੀਂ, ਬਸ ਇਹ ਹੈ ਪਾਗਲ ਟਾਈਮ ਥੋੜਾ ਮਲਕ ਸਾਹਿਬ ਲੋਕਾਂ ਦੇ ਬਾਪਿਓ ਤੱਕ ਪਹੁੰਚਦੇ ਪਏ ਇਹਨਾਂ ਕੋਲ ਕੋਈ ਸ਼ੈ ਨਹੀਂ। ਇਹਨਾਂ ਕੋਲ ਕਹਾਣੀਆਂ ਕਿਸੇ ਤੋਂ ਇਲਾਵਾ ਇਹਨਾਂ ਕੋਲ ਕੋਈ ਸ਼ੈ ਨਹੀਂ। ਮਲਕ ਸਾਹਿਬ ਮੈਂ ਉਹਨਾਂ ਥੋੜੀ ਦੇਰ ਬਾਅਦ ਰੁਕਣਾ ਹੈ, ਮਿਹਰਬਾਨੀ ਕਰੋ ਮੈਨੂੰ ਮੰਜ਼ਿਲ ਤੇ ਪਹੁੰਚਣ ਤੋਂ ਪਹਿਲੇ ਗੱਲ ਨੂੰ ਵਾਈਂਡ ਅਪ ਕਰਵਾਉਣ ਦਿਓ। ਤੁਹਾਡਾ ਜਿਹੜਾ ਮੌਕਫ ਸੀ ਉਹ ਆ ਗਿਆ। ਹੁਣ ਚੌਹਾਨ ਸਾਹਿਬ ਨੂੰ ਗੱਲ ਤੇ ਕਰ ਲੈਣ ਦੋ, ਵਿੱਚ ਤੇ ਨਾ ਬੋਲੋ ਪਲੀਜ਼। ਸੁਣੋ ਇੱਕ ਗੱਲ ਤੁਸੀਂ ਕਹਿ ਦਿਓ, ਮੈਂ ਸਾਰੀ ਜਗ੍ਹਾ ਕਹਿ ਦਿਓ ਕਿ ਚੌਹਾਨ ਸਾਹਿਬ ਦਾ ਅਕੀਦਾ ਸੱਚਾ ਹੈ। ਬੋਲੋ ਐ ਹੁਣ ਵੇਖੋ ਜੀ, ਸਰਕਾਰੀ ਵਕੀਲ ਬੋਲੇਗਾ, ਐ ਬੋਲੇਗਾ ਵਕੀਲ ਕਿਉਂ ਅਹਿਮਦੀਅਤ ਦੇ ਖਿਲਾਫ ਸੱਚਾ ਹੈ। ਉਂਝ ਅਸੀਂ ਝੂਠਾ ਮੰਨਦੇ ਹਾਂ, ਪਰ ਅਹਿਮਦੀਅਤ ਦੇ ਖਿਲਾਫ ਸੱਚਾ ਹੈ। ਉਹ ਜਾਹਿਲ, ਉਹ ਅਕਲੀ ਜਾਹਿਲ ਕਮਬਖਤ ਕਮਕਲ। ਮੈਨੂੰ ਵੀ ਗਾਲਾਂ ਕੱਢੀ ਜਾਂਦੀ। ਮਲਕ ਸਾਹਿਬ ਤੁਹਾਡਾ ਟਾਇਰਡ ਖੁੱਲ ਜਾਂਦਾ ਹੈ ਹਰ 2 ਮਿੰਟ ਬਾਅਦ। ਬੰਦਿਆਂ ਦੀ ਗੱਲ ਕਰੋ, ਸਿਆਣੇ ਬਿਆਣੇ ਬੰਦੇ ਹੋ ਕੇ ਜਣੇ ਹੋ ਕੇ। ਮੈਂ ਬੰਦਿਆਂ 'ਚ ਬੈਠਾ ਤੇ ਬੰਦਿਆਂ 'ਚ ਗੱਲ ਕਰਾਂ ਨਾ, ਜਿੱਥੇ ਬੰਦਾ ਹੋਏ ਹੀ ਨਹੀਂ ਮੈਂ ਬੰਦਿਆਂ ਦੀ ਗੱਲ ਕੀ ਕਰਾਂ। ਮਤਲਬ ਔਰਤਾਂ ਹਰ ਚੀਕਾਂ ਮਾਰਨ ਲੱਗੇ ਉਸ ਵੇਲੇ ਬੰਦੇ ਥੱਲੇ ਲੱਗੇ ਨੇ। ਖੁਸਰਾ ਨਹੀਂ ਆ, ਇਲਮੀ ਖੁਸਰਾ ਨਹੀਂ ਆ। ਇਲਮੀ ਖੁਸਰਿਆਂ ਕੇ ਇਸ ਲਈ ਚੀਕਾਂ ਮਾਰੀ ਜਾਣੇ। ਤੁਸੀਂ ਇਮਾਨੀ ਔਰ ਇਲਮੀ ਖੁਸਰੇ ਬੈਠੇ ਹੋ। ਹਰ ਗੱਲ ਦਾ ਜਵਾਬ ਆਪਣੇ ਇਨਕਾਰ ਕਰਕੇ ਦੇ ਦਿਓ, ਅਕਲੀ ਦਲੀਲ ਇੱਕ ਕਾਇਮ ਨਾ ਕਰੋ। ਔਰ ਮਜ਼ੇ ਦੀ ਗੱਲ ਇਹਨਾਂ ਦੇ ਅਕੀਦੇ ਨੂੰ ਉਹ ਸੱਚਾ ਕਰ ਰਿਹਾ ਜਿਹੜਾ ਖੁਦ ਇਹਨਾਂ ਨੂੰ ਝੂਠਾ ਮੰਨਦਾ। ਇਹਨਾਂ ਦੀ ਅਕਲ ਦੇਖੋ, ਇਹਨਾਂ ਦੀ ਬੇਵਕੂਫਾਨਾ ਅਕਲ ਦੇਖੋ, ਖੁਦ ਝੂਠਾ ਮੰਨਦਾ ਤੇ ਮੇਰੇ ਨਾਲ ਉਹਨਾਂ ਦੀ ਸੱਚਾਈ ਦੀ ਵਕਾਲਤ ਕਰਦਾ। ਰੋਲਾ ਪਾਉਣ ਚੀਕਾ ਮਾਰ, ਤੇਰੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਗਈ ਹੈ, ਹੁਣ ਚੀਕਾ ਮਾਰ। ਜਿਹੜਾ ਉਹਨਾਂ ਨੂੰ ਝੂਠਾ ਮੰਨਦਾ ਹੈ ਉਹ ਉਹਨਾਂ ਦੀ ਸੱਚਾਈ ਦੀਆਂ ਅਕਲੀਆਂ ਦਲੀਲਾਂ ਅਹਿਮਦੀਅਤ ਨੂੰ ਪਿਆ ਦਿੰਦਾ। ਆਏ ਜਵਾਨਾ ਮਰਦ ਬੱਚੇ सही इल्मी मर्द है हमरा। मैं कहना इल्मी मर्द है, आज पता लग गया तू इल्मी मर्द है। घबरा गए मलक साहब, घबरा गए। मैं घबरा गया नहीं, मैं घबरा गया, पर थोड़ा लाहौर ही ले जाना मुमकिन है, इस तो इलावा बचना कोई नहीं। तो आख्या तुसीं पानी की बोतल कोल रखो, पानी पियो तो मैनूं गल कर लैंदे। गुजारिश है जे ते वेखा मैं तुहाडी गल ते चौहान साहब दी गल ਤੇ ਕੰਪੈਰੀਜ਼ਨ ਕਰਾਂ ਤੇ ਤੁਹਾਡੀ ਨਿਸਬਤ ਚੌਹਾਨ ਸਾਹਿਬ ਦੀ ਗੱਲ ਮਾਕੂਲ ਹੈ ਕਿ ਮਿਰਜ਼ਾ ਸਾਹਿਬ ਦੀ ਕਤੀ ਮੌਜੂਦ ਹੈ। ਅੱਗੇ ਉਹ ਆਇਆ ਸੀ ਖੁਰਮ ਸ਼ਹਜ਼ਾਦ, ਉਹ ਵੀ ਕਹਿੰਦਾ ਸੀ ਕਿ ਮੁਜੱਦਦ ਤੇ ਜਿਹੜੇ ਨੇ ਮਸੀਹ ਮੌਤ ਤੋਂ ਬਾਅਦ ਕੋਈ ਮੁਜੱਦਦ ਨਹੀਂ। ਤੇ ਮਿਰਜ਼ਾ ਸਾਹਿਬ ਦੀ ਤਹਿਰੀਰ ਵੇਖ ਕੇ ਤਾਂ ਲਾਸ਼ ਬਣ ਕੇ ਇੱਥੇ ਬੋਲਿਆ ਨਹੀਂ। ਤੁਹਾਡੇ ਵੀ ਹਾਲਾਤ ਉਹੀ ਬਣੇ ਨੇ। ਜਿਹੜੀ ਮਿਰਜ਼ਾ ਸਾਹਿਬ ਦੀ ਗੱਲ ਚੌਹਾਨ ਸਾਹਿਬ ਪੇਸ਼ ਕਰ ਰਹੇ ਨੇ ਉਹਦਾ ਜਵਾਬ ਤੁਹਾਡੇ ਕੋਲ ਨਹੀਂ ਹੈ। ਲੇਕਿਨ ਜਿੱਥੋਂ ਤੱਕ ਮਿਰਜ਼ਾ ਸਾਹਿਬ ਦੀ ਇਹ ਸਾਰੀ ਤਾਲੀਮ, ਸਾਰੇ ਫਲਸਫੇ ਦਾ ਤਾਲੁਕ ਹੈ, ਅਸੀਂ ਤਾਂ ਸਭ ਨੂੰ ਝੂਠ ਮੰਨਿਆ ਸੀ, ਕਦੋਂ ਸੱਚਾ ਮੰਨਿਆ।
ਲੇਕਿਨ ਕੰਪੈਰੀਟਿਵ ਉਹ ਤੁਹਾਡੀ ਨਿਸਬਤ ਸੱਚੇ ਨੇ ਔਰ झूठ बंदा है लेकिन जमात ਇੰਜ ਨਾ ਕਰੋ ਨਾ, ਗੱਲ ਕਰ ਲੈਣ ਦਿਓ ਬੰਦੇ ਨੂੰ, ਜ਼ਿਆਦਤੀ ਨਾ ਕਰਿਆ ਕਰੋ। ਗੁਜ਼ਾਰਿਸ਼ ਇਹ ਹੈ ਕਿ ਤੁਸੀਂ ਹੁਣ ਇਸ ਗੱਲ ਤੇ ਆ ਗਏ ਹੋ ਕਿ ਬਈ ਜਿਹੜਾ ਅਬਦੁਲ ਗਫਾਰ ਜੰਬਾ ਹੈ ਸਿਰਫ ਉਹਦੇ ਤੇ ਮਾਨ ਨਹੀਂ ਲਾਉਣਾ। बुगज दे अंदर इतना मौजूद है जमात अहमदी के खिलाफ जिहदे कोल जेहड़ी गल है वो सच्ची है, जमात अहमदी ਇਹ ਝੂਠ ਇਹਨੂੰ ਕਹਿੰਦੇ ਨੇ ਬੁਗਜ਼ ਅਹਿਮਦੀਅਤ। ਇਹ ਇੰਜ ਹੀ ਹੈ, ਇਹ ਇੰਜ ਹੀ ਹੈ ਜਿੱਦਾਂ ਮਲਕ ਸਾਹਿਬ ਤੁਸੀਂ ਇਹ ਪੇ ਕਹਿੰਦੇ ਪਿਓ ਦਾ ਹੋ ਮਾਈਕ ਕਿ ਵੇਖੋ ਆਮਰ ਕਿੱਡਾ ਜ਼ਾਲਮ ਹੈ। ਸੁਣ ਤੇ ਲੋ, ਤੁਸੀਂ ਇਹ ਕਹਿ ਰਹੇ ਹੋ ਆਮਰ इसका माइक ना म्यूट करो, ਮਲਕ ਸਾਹਿਬ ਗੱਲ ਤੇ ਕਰ ਲੈਂਦੇ ਨਾ। माइक ना म्यूट करो, इस प्यो दा इस अब्बा जी दा माइक ना ਨਾ ਕਰੋ, ਕੌਣ ਕਰਨ ਲੱਗਿਆ? ਨਾ ਕਰੋ ਮਾਈਕ ਮਿਊਟ ਯਾਰ, ਜਿਹੜਾ ਵੀ ਹੈਗਾ ਆਮਿਰ ਭਾਈ ਕੋਈ ਹੋਰ ਬੰਦਾ ਵਾ, ਨਾ ਕਰੋ ਯਾਰ ਮਾਈਕ ਮਿਊਟ, ਉਹਨਾਂ ਨਾਲ ਗੱਲ ਕਰਨ ਨਾ ਲੈਣ ਕਰੋ ਮਿਊਟ, ਛੱਡ ਦਿਓ ਮਲਕ ਸਾਹਿਬ ਨੂੰ ਗੱਲ ਕਰਨ ਦਿਓ। ਮਲਕ ਸਾਹਿਬ ਤੁਸੀਂ ਖਾਮੋਸ਼ ਹੋ ਜਾਓਗੇ ਤੇ ਫਿਰ ਮੈਂ ਕਰ ਲਊ, ਤੁਸੀਂ ਕਰ ਦਿਓ। देखिए आमिर साहब, खामोश क्या होना है और बात क्या करनी है। आप लोग बस एक दे रहे सच्चे है क्योंकि अहमदियत के खिलाफ जेड़ा बंदा गल करेगा मैं ਉਹਦੇ ਨਾਲ ਹਾਂ, सच्चा है। वो मसीहां ਦੇ ਨਾਲ ਹੋਏ ਤੇ ਜਿਨ੍ਹਾਂ ਨੂੰ ਕੁਰਾਨ ਕਾਫਰ ਕਹਿ ਰਹੇ वो काफर है, जिन्होंने तीन खुदा बना लिए। ਤੁਸੀਂ ਉਹਨਾਂ ਦੀ ਵਕਾਲਤ ਅਹਿਮਦੀਅਤ ਦੇ ਖਿਲਾਫ ਉਹਨਾਂ ਦੀ ਵਕਾਲਤ ਕਰਦੇ ਹੋ। ਐਸੇ ਜਾਹਿਲ ਹੋ, ਮੈਂ ਤੇ ਤੁਹਾਡੇ ਤੋਂ ਹੈਰਾਨ ਹਾਂ। ਤੁਹਾਡੇ ਅੰਦਰ ਇਤਨੀ ਬੁਗਜ਼ ਅਹਿਮਦੀਅਤ ਹੈ, ਇਤਨੀ ਬੁਗਜ਼ ਅਹਿਮਦੀਅਤ ਭਰੀ ਹੈ, खुद उसकी वकालत पे करता है, सच्चा साबित कर रहा है जिन्हों खुद झूठा मनता है। इसकी अकल देखो, इसका इलम देखो। इनू कहते हैं बुगज़ी अहमदियत। होर बुगज़ी अहमदियत नाल कोई मुंह काला हो जाता है, सिर ते सिख निकल आते, सिर ते सिंह नहीं निकलते, ना मुंह काला होता है। यह गल्लां तो पता लगता है ये आमिर नज़ीर साहब जिन्हों झूठा मन रहे, वकालत उसकी कर रहे कि यार ये सच्चा है, जमात अहमदियत के खिलाफ ये सच्चा है। मसीह आ जा रोने, ये मसीह नाल हो जाएगा, कहेगा कि मसीह जमात अहमदियत के खिलाफ सच्चे। इनू कहते बुगज़े अहमदियत, बुगज़े मिर्जा साहब। ये इसके अंदर इतनी कट 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 के भरी दी है जेड़े इसके अमालों तो सामने लोगों के सामने खुल खुल के आ रही है। ऐसा जाहिल वकील जेड़ा खुद कहे जिसका केस लड़ रहा मैं, ये केस इसका मुखालफीन इसे सच्चा है, खुद कह रहे हैं वो सही है, लेकिन क्योंकि मैं इसके खिलाफ इसके नाल सपोर्ट कर रहे हाँ, इस वास्ते मैं सच्चा करना है। झूठा है लेकिन मैं सच्चा करना है। इसकी हालत देखो। ਪਾਣੀ ਦਾ ਘੁੱਟ ਭਰੋ। ਗੁਜ਼ਾਰਿਸ਼ ਹੈ ਮਲਕ ਸਾਹਿਬ ਕਿ ਤੁਸੀਂ ਇਹ ਤੇ ਗੱਲ ਕਰ ਰਹੇ ਹੋ ਕਿ ਇੱਕ ਨੌਸਰਬਾਜ਼ ਤੇ ਠੱਗ, ਉਹ ਪੂਰੇ ਪਿੰਡ ਦੇ ਬਿਲ ਮੁਕਾਬਲ ਨੌਸਰਬਾਜ਼ ਤੇ ਠੱਗ ਹੁੰਦਾ ਹੈ। ਜਦੋਂ ਵੀ ਆਖੇ ਕਿ ਇਹ ਲੰਬੜਦਾਰ ਦੇ ਸਾਹਮਣੇ ਵੀ ਇਹੋ ਹੀ ਨੌਸਰਬਾਜ਼ ਤੇ ਠੱਗ ਹੈ, ਇਹ ਜਿਹੜਾ ਬੀਡੀ ਮੈਂਬਰ ਹੈ ਵੀ ਸੱਚਾ ਹੈ, ਇਹ ਨੌਸਰਬਾਜ਼ ਤੇ ਠੱਗ ਹੈ ਤੇ ਝੂਠਾ ਹੈ। ਇਹ ਜਿਹੜਾ ਮੱਝਾਂ ਦਾ ਵਪਾਰੀ ਹੈ ਦੇ ਸਾਹਮਣੇ ਵੀ ਇਹ ਨੌਸਰਬਾਜ਼ ਤੇ ਠੱਗ। ਭਾਈ ਉਹ ਨੌਸਰਬਾਜ਼ ਤੇ ਠੱਗ ਪੂਰੀ ਸੁਸਾਇਟੀ ਦੇ ਸਾਹਮਣੇ ਝੂਠਾ ਹੈ, ਕਿਉਂਕਿ ਉਹਨੇ ਨੌਸਰਬਾਜ਼ੀ ਤੇ ਠੱਗੀ ਉਹਦਾ ਸ਼ਾਖ। ਜਮਾਤੇ ਅਹਿਮਦੀਆ ਜਿਹਨੂੰ ਤੁਸੀਂ ਜਮਾਤੇ ਅਹਿਮਦੀਆ ਪੇ ਕਹਿੰਦੇ ਹੋ ਨਾ, ਜਿਹਨੂੰ ਤੁਸੀਂ ਫਾਲੋ ਕਰਦੇ ਹੋ, ਇਹ ਜਮਾਤੇ ਅਹਿਮਦੀਆ ਦੁਨੀਆ ਦੀ ਹਰ ਕਮਿਊਨਿਟੀ ਦੇ ਸਾਹਮਣੇ ਉਸ ਨੌਸਰਬਾਜ਼ ਤੇ ਠੱਗ ਆ ਰਹੇ। ਤੁਸੀਂ ਕਹਿੰਦੇ ਮੈਂ ਉਹਨਾਂ ਦੀ ਵਕਾਲਤ ਨਾ ਕਰਨਾ, ਵਕਾਲਤ ਨਹੀਂ ਪਿਆ ਕਰਨਾ। ਮੈਂ ਦੱਸ ਰਿਹਾ ਕਿ ਤੁਸੀਂ ਜਿਹੜੀ ਨੌਸਰਬਾਜ਼ੀ ਤੇ ਠੱਗੀ ਲਾਈ ਏ, ਇਹਦੀ ਦੁਨੀਆ ਦੇ ਉੱਤੇ ਕਿਹਨੇ ਹਰ ਬੰਦੇ ਦੇ ਸਾਹਮਣੇ ਤੁਸੀਂ ਝੂਠੇ ਹੋ। ਔਰ ਫਿਰ ਤੁਹਾਨੂੰ ਆਪ ਨਹੀਂ ਪਤਾ ਕਿ ਤੁਸੀਂ ਆਪਣੀਆਂ ਹੀ ਕਿਤਾਬਾਂ ਨਾਲ ਟਕਰਾ ਰਹੇ ਹੋ। ਤੁਹਾਡੀਆਂ ਗੱਲਾਂ ਆਪਣੀਆਂ ਕਿਤਾਬ ਮਿਰਜ਼ਾ ਸਾਹਿਬ ਦੀਆਂ ਲਿਖੀਆਂ ਗੱਲਾਂ ਨਾਲ ਟਕਰਾ ਰਹੀਆਂ ਨੇ। ਉਹ ਕਹਿ ਰਹੇ ਨੇ ਕਿਆਮਤ ਤੱਕ ਮੁਜੱਦਦ ਆਉਣੇ ਨੇ, ਤੁਸੀਂ ਕਹਿੰਦੇ ਹੋ ਨਹੀਂ 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 ਨਹੀਂ, ਕਿਹੜੇ ਮੁਜੱਦਦ ਨੂੰ ਕਿਸੇ ਦਾਵਾ ਕੀਤਾ ਹੀ ਨਹੀਂ, ਕਿਸੇ ਦਾਵਾ ਕੀਤਾ ਨਹੀਂ। ਮੈਂ ਕਿਹਾ ਜੇ ਮਿਰਜ਼ਾ ਸਾਹਿਬ ਹਾਰ ਦਾ ਦਾਵਾ ਨਹੀਂ, ਫਿਰ ਉਹ ਤਲੀਮ ਨਹੀਂ ਹੁੰਦੀ। ਪਤਾ ਕਿੰਨੇ ਤੁਸੀਂ ਬਹਾਨੇ ਲਾਏ ਨੇ। ਹਕੀਕਤ ਹੈ ਵੇ ਕਿ ਤੁਸੀਂ ਮਿਰਜ਼ਾ ਸਾਹਿਬ ਦੀ ਤਾਲੀਮ ਨੂੰ ਛੱਡ ਚੁੱਕੇ ਹੋ। ਔਰ ਇਹ ਫੈਸਲਾ ਹਮੇਸ਼ਾ ਉਹ ਬੰਦਾ ਕਰਦਾ ਹੈ ਜਿਹਦਾ ਇਹ ਦਾਵਾ ਹੋਵੇ ਕਿ ਮੈਂ ਖੁਦਾ ਦੀ ਤਰਫੋਂ ਬਣ ਕੇ ਆਇਆ ਨਾ, ਇਹ ਉਹ ਆਪਣੀ ਥਾਂ ਫੈਸਲਾ ਕਰਦਾ ਹੈ। ਅਬਦੁਲ ਗਫਾਰ ਜੰਬਾ ਸਾਹਿਬ ਦਾ ਇਹ ਫੈਸਲਾ ਹੈ ਕਿ ਮਿਰਜ਼ਾਈ ਸਾਰੇ ਮਿਰਜ਼ਾ ਸਾਹਿਬ ਦੀ ਤਾਲੀਮ ਨੂੰ ਛੋੜ ਚੁੱਕੇ ਨੇ, ਆਪਣੀ ਰਾਹ ਤੋਂ ਹਟ ਚੁੱਕੇ ਨੇ, ਤੇ ਮੈਂ ਇਹਨਾਂ ਵਾਸਤੇ ਰਿਫਾਰਮਰ ਬਣ ਕੇ ਆਇਆ, ਮੁਸਲਿਹ ਬਣ ਕੇ ਆਇਆ। ਤੇ ਉਹਨਾਂ ਦੀਆਂ ਗੱਲਾਂ ਤੇ ਤੁਸੀਂ ਗੌਰ ਕਰ ਲਓ, ਤੇ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਨਹੀਂ ਗੌਰ ਕਰਨਾ ਤਾਂ ਫਿਰ ਮਿਰਜ਼ਾ ਸਾਹਿਬ ਨੂੰ ਵੀ ਛੱਡ ਦਿਓ, ਕਿਉਂਕਿ ਐਸੇ ਬੁਨਿਆਦ ਉੱਤੇ ਮਿਰਜ਼ਾ ਸਾਹਿਬ ਦਾਵਾ ਕੀਤਾ ਸੀ। ਸਾਰੇ ਮੁਸਲਮਾਨ ਉਹਨਾਂ ਨੂੰ ਗਲਤ ਕਹਿੰਦੇ ਸੀ, ਉਹ ਆਪਣੇ ਆਪ ਨੂੰ ਸਹੀ ਕਹਿੰਦੇ ਸੀ। ਕਹਿੰਦੇ ਤੁਸੀਂ ਸਾਰੇ ਭਟਕੇ ਹੋ, ਤੁਸੀਂ ਕੁਰਾਨ ਦੀ ਰੂਹ ਨਾਲ ਗਲਤ ਰਾਹ ਤੇ ਹੋ। ਦੇਖੋ ਈਸਾ ਅਲੈਹਿਸਲਾਮ ਫੌਤ ਹੋ ਗਏ ਨੇ, ਤੁਸੀਂ ਅੱਜ ਤੇ ਉਹਨਾਂ ਨੂੰ ਜ਼ਿੰਦਾ ਮੰਨਦੇ ਪਏ ਹੋ। ਅੱਜ ਤੱਕ ਮੁਸਲਮਾਨਾਂ ਉਹਨਾਂ ਦੀ ਗੱਲ ਨਹੀਂ ਮੰਨੀ।
ਲੇਕਿਨ ਮਿਰਜ਼ਾ ਸਾਹਿਬ ਦਾ ਦਾਵਾ ਕੀ ਹੈ? ਮਿਰਜ਼ਾ ਸਾਹਿਬ ਦਾ ਦਾਵਾ ਇਹ ਵੇ ਕਿ ਬਈ ਮੈਂ ਖੁਦਾ ਦੀ ਤਰਫੋਂ ਆ ਤੇ ਜਿਹੜੀ ਗੱਲ ਮੈਂ ਪਿਆਨਾ ਹੱਕਮ ਅਦਲ ਮੈਂ ਬਣ ਕੇ ਆਇਆ, ਜਿਹੜੀ ਮੈਂ ਪਿਆਨਾ ਉਹ ਸਹੀ ਹੈ। ਤੁਹਾਡੇ ਨਾਲ ਮੈਂ ਮਨਕੂਲੀ ਬਹਿਸਾਂ ਕਾਹਦੇ ਲਈ ਕਰਨੀਆਂ ਨੇ? ਤੁਸੀਂ ਕੌਣ ਹੋ ਮੇਰੇ ਨਾਲ ਮੁਨਾਜ਼ਰੇ ਕਰਨ ਵਾਲੇ? ਦੌੜੋ ਇੱਥੋਂ। ਇਹੋ ਹਿਸਾਬ ਹੁਣ ਅਬਦੁਲ ਗਫਾਰ ਜੰਬਾ ਸਾਹਿਬ ਦਾ ਹੈ ਕਿ ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹੋ ਮਨਕੂਲੀ ਬਹਿਸ ਨਾਲ, ਉਹਨਾਂ ਨਾਲ ਯਾਨੀ ਉਹਨਾਂ ਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਹੋ, ਜਦਕਿ ਉਹ ਤੁਹਾਨੂੰ ਪੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਦੇ ਸਾਹਮਣੇ ਦੀਗਰ ਸਾਰੇ ਮੁਸਲਮਾਨ ਗਲਤ ਸਨ, ਐਸੇ ਤਰ੍ਹਾਂ ਮੇਰੇ ਸਾਹਮਣੇ ਤੁਸੀਂ ਸਾਰੇ ਮਿਰਜ਼ਾਈ ਗਲਤ ਹੋ। ਆਪਣੀ ਸਲਾਹ ਕਰੋ, ਮਿਰਜ਼ਾ ਸਾਹਿਬ ਦੀ ਤਾਲੀਮ ਤੇ ਵਾਪਸ ਆਵੋ। ਮੈਂ ਅਗਲੀ ਸਦੀ ਦਾ ਮੁਜੱਦਦ ਹਾਂ। ਮੇਰਾ ਉਹ ਹੀ ਦਾਵਾ ਹੈ ਮਸੀਹ ਮਊਦ ਹੋਣ ਦਾ, ਮੁਜੱਦਦ ਹੋਣ ਦਾ, ਉਮਤੀ ਨਬੀ ਹੋਣ ਦਾ, ਜਿਹੜਾ ਮਿਰਜ਼ਾ ਸਾਹਿਬ ਦਾ ਦਾਵਾ ਸੀ। ਤੇ ਜੇ ਮਿਰਜ਼ਾ ਸਾਹਿਬ ਨੂੰ ਮੰਨਿਆ ਜੇ ਤੇ ਮੈਨੂੰ ਵੀ ਮੰਨੋ, ਤੇ ਜੇ ਮੈਨੂੰ ਨਹੀਂ ਮੰਨਣਾ ਤੇ ਫਿਰ ਮਿਰਜ਼ਾ ਸਾਹਿਬ ਨੂੰ ਵੀ ਛੱਡ ਦਿਓ। ਜਿਹੜੀ ਗੱਲ ਮਿਰਜ਼ਾ ਸਾਹਿਬ ਕਹਿੰਦੇ ਸੀ ਜੇ ਮੈਂ ਝੂਠਾਂ ਤੇ ਫਿਰ ਕੋਈ ਵੀ ਨਬੀ ਸੱਚਾ ਨਹੀਂ, ਇਹੋ ਹੀ ਗੱਲ ਅਬਦੁਲ ਗਫਾਰ ਜੰਬਾ ਸਾਹਿਬ ਕਹਿ ਰਹੇ ਨੇ ਵੀ ਜੇ ਮੈਨੂੰ ਨਹੀਂ ਮੰਨਣਾ ਨਾ, ਜੇ ਮੈਂ ਝੂਠਾਂ ਤੇ ਫਿਰ ਤੁਹਾਡੇ ਮਿਰਜ਼ਾ ਸਾਹਿਬ ਵੀ ਝੂਠੇ ਨੇ। ਇਹੀ ਗੱਲ ਉਹ ਅਬਦੁਲ ਗਫਾਰ ਜੰਬਾ ਸਾਹਿਬ ਕਹਿ ਰਹੇ ਨੇ, ਜੇ ਮੈਨੂੰ ਨਹੀਂ ਮੰਨਣਾ ਫਿਰ ਉਹਨਾਂ ਨੂੰ ਵੀ ਛੱਡ ਦਿਓ। ਸੇਮ ਗੱਲਾਂ ਨੇ, ਫਰਕ ਕੋਈ ਨਹੀਂ ਹੈ। ਬਿਲਕੁਲ ਤੁਸੀਂ ਕੋਜ਼ੇ ਦੇ ਵਿੱਚ ਦਰਿਆ ਬੰਦ ਕਰ ਦਿੱਤਾ ਜੀ ਜੀ ਮਲਕ ਸਾਹਿਬ। ਆਮਿਰ ਭਾਈ ਜਦੋਂ ਆਪਣੀ ਜਗ੍ਹਾ ਤੇ ਪਹੁੰਚ ਜਾਓ ਨਾ ਤੇ ਫਿਰ ਇਜਾਜ਼ਤ ਵੀ ਲੈ ਲੈਣਾ, ਪਿੱਛੇ ਮਾਮਲਾ ਫਿਰ ਦਗਰਗੂੰ ਹੋਏਗਾ। ਹਾਲਾਤ ਵਾਕਈ ਹੁਣ ਬੜੇ ਜਿਹੜੇ ਨੇ ਨਾ ਉਹ ਕਸ਼ੀਦਾ ਹੁੰਦੇ ਜਾ ਰਹੇ ਨੇ। ਹਾਂਜੀ, ਇਸ ਲਈ ਮੈਂ ਕਹਿ ਰਿਹਾ ਅਗਰ ਆਪਣੀ ਮੰਜ਼ਿਲ ਤੇ ਪਹੁੰਚ ਜਾਓ ਤੇ ਨੀਚੇ ਉਤਰਨਾ ਹੋਵੇ ਤੇ ਫਿਰ ਭਾਈਜਾਨ ਇਜਾਜ਼ਤ ਲੈ ਲੈਣਾ, ਮਿਹਰਬਾਨੀ ਕਰਨਾ, ਛੱਡ ਨਾ ਜਾਣਾ। 5 ਤੋਂ 10 ਮਿੰਟ ਮੈਂ 20 ਉਦੋਂ ਮਲਕ ਸਾਹਿਬ ਨੂੰ ਵੀ इजाजत देनी है, वरना मामला कंट्रोल च नहीं आएगा फिर बिला मैंने अब देखें आखिरी बात हम ये कर देते हैं, इसको ख़त्म करते हैं। अब काफ़ी दफ़ा रेपिटेशन इसमें हो चुकी है, तो हम ये कहते हैं कि मलक साहब कहते हैं मिर्ज़ा साहब जो थे वो मुजद्दद नहीं थे, नबी थे। तो मिर्ज़ा साहब खुद क्या कह रहे हैं? वो फरमा रहे हैं कि जब मेरी उम्र 40 बरस तक पहुंची तो खुदा ताला ने अपनी इल्हाम और कलाम से मुझे मुशर्रफ किया, और ये अजीब इत्तेफाक हुआ कि मेरी उम्र के 40 बरस पूरे होने पर सदी का सर भी आ पहुंचा। तब खुदा ताला ने इल्हाम के ज़रिए से मुझे जाहिर किया कि तू इस सदी का मुजद्दिद और सलीबी फितनों का चारागर है। दोबारा पढ़ना, इस तरफ इशारा था कि तू ही मसीह मऊद है। तारिक साहब दोबारा पढ़ना पीछे दोबारा। हाँ जी, वो कह रहे हैं जब मेरी उम्र 40 बरस तक पहुंची तो खुदा ताला ने अपने इल्हाम और कलाम से मुझे मुशर्रफ किया, और ये अजीब इत्तेफाक हुआ कि मेरी उम्र के 40 बरस पूरे होने पर सदी का सर भी आ पहुंचा। तब खुदा ताला ने इल्हाम के ज़रिए से मुझ पर जाहिर किया कि तू इस सदी का मुजद्दिद और सलीबी फितनों का चारागर है, और ये इस तरफ इशारा था कि तू ही मसीह मऊद है। फिर इसी ज़माने में खुदा ने मेरा नाम ईसा भी रखा। तरियाकुल कुलूब सफ़ा 283। फिर देखे मिर्ज़ा साहब ने जी ਹੁਣ आमिर साहब अब इनका टाइम नहीं है, इन्हें दीवार के दोबारा मिर्ज़ा साहब ने देखे नबी की तारीफ भी कर दी। नबी की तारीफ क्या है? आखिरी ਮੈਨੂੰ ਪੁਆਇੰਟ ਸਮਝ ਲੈਣ ਦਿਓ। आखिरी पॉइंट है, आखिरी पॉइंट। ਇਹ ਪੁਆਇੰਟ ਬਣੋ। ਵਾਰੀ ਮਲਕ ਸਾਹਿਬ ਤੁਹਾਡੀ ਵਾਰੀ ਹੈ। ਮੇਰੀ ਵਾਰੀ ਪੈਂਟ ਨੂੰ ਦਰਦ ਹੁੰਦੀ ਹੈ, ਮੇਰਾ ਪੈਂਟ ਲੈਣੇ ਪੀੜ ਹੁੰਦੀ ਹੈ, ਔਖਾ ਹੁੰਦਾ, ਮੋਟਾ ਹੁੰਦਾ ਹੈ। ਮੇਰਾ ਪੈਂਟ ਮੋਟਾ ਹੁੰਦਾ, ਉਹਦਾ ਪੀੜ ਜ਼ਿਆਦਾ ਹੁੰਦੀ। मलक साहब आखिरी लफ्ज़ सुन लो, फिर तुसी ਤੁਹਾਡੀ ਵਾਰੀ है। ਮੈਂ ਪੁੱਛਣ ਲੱਗਾ ਕਿ ਜਿਸ ਤਰ੍ਹਾਂ ਤੁਸੀਂ ਮਿਰਜ਼ਾ ਸਾਹਿਬ ਦੀ ਤਹਿਰੀਰ ਪੜ੍ਹ ਕੇ ਸੁਣਾਈ ਹੈ ਕਿ 40 ਸਾਲ ਵੀ ਹੋ ਗਏ ਤੇ ਸਦੀ ਦਾ ਸਿਰ ਵੀ ਪਹੁੰਚ ਆਇਆ, ਤੇ ਅਬਦੁਲ ਗਫਾਰ ਜੰਬਾ ਸਾਹਿਬ ਦਾ ਵੀ ਦਾਵਾ ਸਦੀ ਦੇ ਸਿਰ ਤੇ ਹੁੰਦਾ ਹੈ। हाँ जी, 1983 में उनको ये बताया गया कि तुम सदी के मुजद्दिद हो, जब 15वीं सदी शुरू हुई है। ਯਾਨੀ ਐਨ ਉਦੋਂ ਇਹਨਾਂ ਦੀ ਉਮਰ ਕਿੰਨੀ ਸੀ ਅਬਦੁਲ ਗਫਾਰ ਜੰਬਾ ਸਾਹਿਬ ਦੀ? मेरे ख्याल 40 ਦੇ ਕਰੀਬ ਹੀ ਸੀ। ਵਾਹ ਵਾਹ ਵਾਹ, ਸੁਭਾਨ ਅੱਲਾਹ, ਸਾਰੀਆਂ ਗੱਲਾਂ ਸੁਭਾਨ ਰਲ ਗਈਆਂ ਜੇ। ਸੁਭਾਨ ਅੱਲਾਹ, ਸਾਰੀਆਂ ਗੱਲਾਂ ਰਲ ਗਈਆਂ ਜੇ। ਮਲਕ ਸਾਹਿਬ ਹੁਣ ਇਨਕਾਰ ਨਾ ਕਰਿਓ ਇੱਥੇ। ਹਾਂ ਸਾਰੀਆਂ ਗੱਲਾਂ ਮੈਂ ਇਨਕਾਰ ਨਾ ਕਰਾਂ, ਤੂੰ ਪਹਿਲੇ ਇਨਕਾਰ ਕਰ ਲੈ। 40 ਸਾਲ ਵੀ ਹੋ ਗਏ ਤੇ ਸਦੀ ਦਾ ਸਿਰ ਵੀ ਆ ਗਿਆ। ਬੇਸ਼ਰਮਾ ਕੋਈ ਅਕਲ ਦੀ ਗੱਲ ਕਰ ਲੈ, ਖੁਦ ਮੈਨੂੰ ਕਹਿ ਰਿਹਾ ਤੂੰ ਇਨਕਾਰ ਨਾ ਕਰੀ, ਖੁਦ ਇਨਕਾਰ ਮੈਨੂੰ ਗਾਲਾਂ ਕੱਢ ਰਹੇ, ਮੈਨੂੰ ਗਾਲਾਂ ਕੱਢ ਰਹੇ ਉਹ ਮਲਕ ਮੈਂ ਸਾਹਿਬ। ਤੇ ईमान ਦੀ अकल ਦੀ ਗੱਲ तेरे सामने पे रखना, ऐसा बेवकूफ इंसान दुनिया ही नहीं है, खुद इनकार पे करता है और खुद उसका वकील बन के मैं कह रहा हुण इनू मान ले। ਮਲਕ ਸਾਹਿਬ ਮੈਨੂੰ ਵੀ ਗਾਲਾਂ ਕੱਢ ਰਹੇ ਹੋ ਨਾਲ। ਉਹ ਤੇ ਯਾਰ आमिर साहब कोई अकल ਦੀ ਗੱਲ ਕਰ ਲਿਆ ਕਰੋ ਯਾਰ। कोई हाल नहीं, गाली बात मिर्जाई सारे। हाँ गाली बात है, आया तेरे ईमान जम्बवी ईमान, जम्बवी ईमान, ढाई बूटियां फतू बागवान।
تو یہی اچھا، میں مسلمان کہ- آپ کو کہتے ہیں. دیکھو وہ عامر ساری گلاں جو ہو گئی نے ملک صاحب عامر صاحب سنیں نا مجھے بھی پہلے ابھی اس نے تقریر کی ہن تسی اس دی حق وچ پھر میری گل تے پوری کرنے دیتی. ایک تیری اجے لفظ گل نہیں ہوئی چاند لفظ رہ گئے ہیں وہ سن لو پھر آپ اپنی بات کریں. میری بات تو پوری ہونے دیں, ملک صاحب ہولڈ رکھو سن لیں تھوڑی دیر. دیکھیں یہ کہہ رہے ہیں کہ جی مرزا صاحب جو تھے نا وہ نبی تھے. مرزا صاحب نے نبوت سے انکار کیا. وہ کہتے ہیں میں مدعی نبوت پر لعنت بھیجتا ہوں. اور مسلمہ کذاب کا بھائی قرآن کا منکر ہے, خبیث انسان ہے جو نبوت کا دعویٰ کرے. مرزا صاحب نے جو بات کی ہے نا وہ مجدد کی حیثیت سے اپنے آپ کو نبی کہہ رہے ہیں. میں آپ کو اس کا ثبوت دے دیتا ہوں. روحانی خزائن جلد 20 صفحہ 401. مرزا صاحب نے نبی کی تعریف کر دی. نبی کے لفظ سے اس زمانے کے لیے صرف خدا تعالیٰ کی یہ مراد ہے کہ کوئی شخص کامل طور پر شرف مکالمہ اور مخاطبہ الہیہ حاصل کرے اور تجدید دین کے لیے مامور ہو. یہ نہیں کہ وہ کوئی دوسری شریعت لاوے, کیونکہ شریعت آن حضرت صلی اللہ علیہ وسلم پر ختم ہے, اور آن حضرت صلی اللہ علیہ وسلم کے بعد کسی پر نبی کے لفظ کا اطلاق بھی جائز نہیں جب تک اس کو امتی بھی نہ کہا جائے, جس کے یہ معنی ہے کہ ہر ایک نام اس نے آن حضرت صلی اللہ علیہ وسلم کی پیروی سے پایا ہے, نہ براہ راست. یعنی مرزا صاحب یہاں مجدد کو نبی بھی کہہ رہے ہیں اور امتی نبی بھی کہہ رہے ہیں. اور خبرنامہ بند کرنا یار. اس کے بعد آخری الفاظ یہی ہیں, اب ہم اس کو ختم کرتے ہیں آخری الفاظ سے, کہ جو مرزا صاحب نے فرمایا انوار الاسلام میں کہ حرامزادہ کی یہی نشانی ہے کہ وہ سیدھی راہ اختیار نہ کرے اور بے انصافی کے راہوں پر پیار کرے. پکا حرام دا ہوئے گا. 8 منٹ اور میری گل کوئی نہ بولے. مرزا صاحب کیا کہنے حرامزادے دی کی نشانی ہے کہ وہ سیدھی راہ اختیار نہ کرے اور بے انصافی کے راہوں سے پیار کرتا ہے. انوار الاسلام سے میں اپنی اکھی نال دیکھ رہا, میں کسی نشانی دی لوڑ ہی نہیں. جزاک اللہ. بابی خاموش ہو جائے, لول 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 خاموش کراؤں. بات یہ ہے مرزا صاحب نے وضاحت کر دیا کہ امتی نبی کے ساتھ نبی کے علاوہ کوئی نبی کہلانے کا حقدار ہی نہیں. یہ انہوں نے وضاحت کر دی, اور ان کا دعویٰ ہی امتی نبی کا ہے. اور امتی نبی کے علاوہ اب کسی کا دعویٰ نبی رسول بھی جو بھی آئے گا وہ امتی نبی امتی دعویٰ کرے گا. جس طرح آپ لوگوں کا ایمان ہے کہ عیسیٰ علیہ السلام آئیں گے وہ امتی بن کر آئیں گے, آپ لوگ بھی یہی کہتے ہو. صرف آسمان سے یار عامر صاحب 8 منٹ میں صبر کیتا ہے. تو بول رہا ہے یار, تو سچا ہے تے تیرا جڑا بندہ ہے نا کلائنٹ بھی تیرا سچا ہے, تو جھوٹا مندا ہے کلائنٹ نو, کلائنٹ بھی سچا ہے تے تو بھی سچا ہے یار. انہوں ایسا جاہل ہے, انہوں کہتا ہے دوبارہ میری واری پھر پیڑ, کہتا ہے تیرا ٹھل ہے میں پیڑ ہوندی ہے. صاحب امام جلال الدین سیوطی نے آکھیا ہے جیڑا یہ آندا ہے کہ عیسیٰ علیہ جلال الدین کی ایسی میں جلال الدین میرے سے کوئی حجت ہے؟ جلال الدین نے کی آ کے آدھا روے الزام لان لگے ہو کہ اسی امتی مننے عیسیٰ علیہ السلام جھوٹ بولن لگے. کہنا ایک جلالی نہیں یہ کہ جلال الدین کیڑے صاحب میں انہوں کی جانا میرے آسے قرآن اور اللہ کے نبی اور جاہل. اور میں گل کرن دے جاہل میں گل کرن دے ایسے جاہل یار. آپ لوگوں آپ ایمان سے فیصلہ کرو. یہ 8 منٹ بولے ہیں, ان کو میں کیا کہوں, ابو مول لڑکا کہوں, انکل بھتیجا کہوں, ماموں بھانجا کہوں, یہ دونوں باتیں کرتے رہے احمدیت کے خلاف. بڑے مزے لے کے دوبارہ ہائے میں مزہ آتا ہے دوبارہ اتنی میں ایک بار نہیں چھوڑنی. پیڑے ہائے درد ہوتی ہے اور گل میں بھی گل کرنے دینا یار. ہر دفعہ میری بات تھوڑی ہوتی ہے, انہیں خاموش کرانے پہ میرا زیادہ ٹائم لگتا ہے. بات ہی نہیں کرنے دیتے ہیں, کہنے تیری گل نہیں آن دینی, یہ چیخا مارن لگ پہ. ہائے ہائے ختم ہو چلا, 5 منٹ رہ گئے, میرے کو جلدی ختم کرو, 5 منٹ رہ گئے. بات یہی ہے, انہوں نے کوئی ایک بھی عقل کی بات دیکھی. مرزا صاحب کا دعویٰ امتی نبی ہونے کا ہے, اور انہوں نے یہ بات انہوں نے جو ابھی بیان کی مرزا صاحب, اس میں وہ یہی تو کہہ رہے ہیں, یہی بات کر رہے ہیں وہ, لیکن جاہلانہ بات سے یہ کہتے ہیں وہ نبی رسول نے. اور جاہل کے بچوں, جس کو اللہ تعالیٰ الہام اور وحی کرتا ہے دینی معاملات میں مابوس کرتا ہے, وہ نبی رسول ہوتا ہے. جاہل کے بچوں, اس کے علاوہ دین اسلام میں ایسا کوئی عہدہ آج تک بنا ہی نہیں ہے جو آپ کھینچ کھانچ کر مرزا صاحب کو زبردستی بنانے کی ناکام کوششیں کر رہے ہیں. آج تک اسلام کی ہسٹری میں جو بھی اللہ تعالیٰ جس کو الہام وحی کے ذریعے کلام کرتا ہے دینی معاملات میں, اور اسے مبعوث کرتا ہے اور اسے کہتا ہے کہ آگے یہ خبر دو, وہی نبی رسول ہوتا ہے. اور کون ہوتا ہے نبی رسول؟
پتہ نہیں نبی رسول کے سر پہ کوئی چیز آ جاتی ہے، سینگ پیدا ہو جاتے ہیں، آپ سائن کرو گے، کوئی عالم سائن کرے گا وہ نبی رسول بنے. یہ بات منہ سے مان رہا ہے، جاہل کو اتنا نہیں پتا. یہی تو نبی رسول کا کام ہوتا ہے، اس کے علاوہ اس کا کام ہی کوئی نہیں. اعلام اور وحی کے ذریعے اللہ اسے کلام کرتا ہے، وہ مبعوث کرتا ہے. یہی مرزا صاحب نے کہا ہے، اور یہ سارے نبیوں نے یہی کہا ہے. جو جاہلات اپنی کی اس کی وجہ سے نبی کا انکار کر رہے ہیں، کام نبی کا ہی لے رہے ہیں لیکن انکار بھی کر رہے ہیں، نہیں نبی نے نہیں. اور جاہل کے بچوں، تمہیں جس دن ایمان کا پتہ لگ گیا، عقل کے ساتھ اسلام کا پتہ لگ گیا، تو پھر کیا بات ہے. نبی رسول کا یہی کام، اس کے علاوہ کام ہی جتنے نبی رسول آئے ہیں اعلام اور وحی کے ذریعے اللہ نے کلام کیا اور انہیں مبعوث کیا. مرزا صاحب نے یہ بھی یہی فرمایا ہے، وہی کام نبی رسول والا نے کام نبی رسول والا کرنا ہے. نبی رسول نہیں کہ سن پیڑ ہوندی ہے، سن درد ہوندی ہے، ہائے درد ہوندی ہے نبی رسول دی. پانی دا گھٹ پر پانی دا گھٹ. چلو جی آخری بار ہے چوہان صاحب دی، تو دے بعد ختم ہو جائے گی گفتگو، کیونکہ میں دے بعد پھر میوٹ کرانا. ملک صاحب تسی ہن میوٹ کر لو، تہاڈا ٹائم ختم ہو گیا. جنہ تہاڈا انہوں نے ایک دفعہ میری باری کہہ دینے چوہان صاحب میوٹ کر لو. دوبارہ بولو مکلل ہائے احمدیت کے خلاف مکلل. احمدیت کیڑی؟ میرے واسطے وہ بھی احمدیت ہے، تسی بھی احمدیت. تو منو تہاڈے چ کی فرق ہے؟ خود ہوزا وکیل بنیا ہے پر احمدیت ایک ہی ہے. میرا بھی وکیل بن ایک دن، میرا وکیل بن، میں تین ہائر کرنا اپنے ہاستے، میری بھی وکالت کر. ملک صاحب جذبات چاہن والی، غصے چاہن والی کوئی گل ہے؟ تسی منو کسی نو لگن نہیں دینا، گلاں نال صرف گلاں نال تو نہیں لگن دینا کسی نو. منو اگر ہائر کرنا چاہتے ہو نا ایز اے وکیل، تے میری ایک ہی قیمت ہے کہ تسی سچ بولو تو میں تہاڈا وکیل بن جاؤں گا. اللہ آیا دی قسم. گامو سچارا، آیا گامو سچارا، جو تو سچ بول رہا ہے رب کعبہ دی کر رہا ہوں میں، تے پھر اللہ دا فرشتہ ہاں. اچھا اگر میں جھوٹ دا وکیل ہاں، جے میں جھوٹ دا وکیل ہاں، پھر تسی جھوٹ بولنا شروع کر دو. مطلب یہ میری وکالت کروانی ہے، تہانوں جو نظر آندا ہے. آپ عقلی دلیل کے ساتھ جھوٹ کے وکیل ہیں، جن کو جھوٹا مان رہے ہیں ان کی وکالت کر رہے ہیں. ایسی بڑی دلیل میں کیا دوں کہ آپ جھوٹ کے وکیل ہو؟ جھوٹا مننا تے انہوں نے بھی جھوٹا مننا نا. مجھے تو مانتے ہو وہ عقلی دلیل دوواں نو دونوں مانتے ہو، لیکن جماعت احمدیہ تے مرزا صاحب کے خلاف پھر جماعت احمدیہ پھر میرے جنبی صاحب کے ساتھ سپورٹر ہیں، ان کے وکیل ہیں. ملک صاحب مینوں کی دشمنی تہاڈے نال تے انہاں نال کی ہمدردی ہے؟ میں چلے والی گلاں کردے بچیاں دی. بغض جماعت احمدیہ کا کہاں دا بغض ہے؟ کہاں دا بغض او نہیں مرزا صاحب دے منن والے، اینو منن والے کہندے ہو؟ جے منن تسی نہیں مندے؟ انکار کرن والا کون ہے؟ تسی نہیں مندے کیوں منن والے نے؟ جو مرزا صاحب کو نبی رسول نہیں مانتا ہے وہ مرزا صاحب کا پیروکار ماننے والا ہو سکتا ہے، جاہل ہو سکتا ہے. مطلب ہے کہ تسی انہاں نو مرزا صاحب دا پیروکار نہیں مندے؟ جو مرزا صاحب کو اللہ کا نبی رسول نہیں مانتا میں اسے جاہل کا بچہ مانتا ہوں. میں سوال کیتا ہے ہن تک دی گفتگو تو نتیجہ کٹو جلدی، میں تھلے اترنا ہے. تسی انہاں نو مرزا صاحب دا پیروکار مندے کہ نہیں مندے؟ نتیجہ آپ نکال دیں، کیونکہ آپ ایمان والے ہو، سچ بولتے ہو، سچے ہو، تسی کاٹ دیو. تہانوں پوچھنا پیا، تہاڈے کو فیصلہ کرنا. انہاں نو مرزا صاحب دا پیروکار مندے ہو یا نہیں؟ نہیں مانتا. جو مرزا صاحب نہیں کو مانتے. سن لیں، خبرنامہ نال شروع کر دینا ہے نا. میں کہہ رہا ہوں جو مرزا صاحب کو اللہ کا سچا نبی رسول نہیں مانتا وہ اپنے تئیں مسلمان ہوتا رہے، احمدی ہوتا رہے، مرزا صاحب کا فالور ہوتا رہے، اس کی مرضی ہے. میری عقل اور فہم کے مطابق لا الہ الا اللہ محمد رسول اللہ وہ مرزا صاحب کا فالور نہیں ہے. اے ٹھیک ہے، اے رائٹ منو بھی ہے کہ اپنے تائیں کوئی بندہ مرزائی اپنے آپ مسلمان پیا کے جڑا نبی پاک صلی اللہ علیہ وسلم نو آخری نبی نہیں منتا، میرے نزدیک وہ نبی پاک دا منکر، اسلام دا منکر، شریعت دا منکر ہے. منو بھی حق ہے. میں نے یہ نہیں کہا کہ یہ اسلام میں نہیں ہے. میں جو بندہ اپنے آپ کو مسلمان کہتا ہے میرے پاس اختیار نہیں دیا اللہ نے میں اسے کہوں تو مسلمان. میں جنی گل پوچھی ہے عامر صاحب آپ ہر مرتبہ مجھے روکتے ہو، انہوں کہتے ہو مقرر، میری نہیں ٹھل ہے، پیڑ ہوتی ہے. ملک صاحب دی بس ہو گئی. چلو یار ایک مرتبہ تو مجھے پوری بات کر لینے تو مجھے بھی خوشی ہو. یار میں نے اپنا موقف بیان کرنا، مجھے پوری بات تو کسی ایک مرتبہ تو پوری کر لینے تو.
بات یہ ہے کہ میرے پاس اختیار نہیں ہے، یہ اختیار صرف اللہ اور اللہ کے نبی کے پاس ہے۔ وہ کسی کو کہہ سکتا ہے کہ یہ اسلام میں ہے، یہ اسلام میں نہیں ہے، کیونکہ نبی رسول اللہ کا پیغام دیتا ہے، اسے علم ہوتا ہے کہ اللہ کا پیغام کیا ہے۔ وہ کسی کو کہہ سکتا ہے کہ یہ اسلام نہیں ہے، وہ اور بات ہے، لیکن وہ بھی کسی کو غیر مسلم نہیں کہہ سکتا جو اپنے آپ کو مسلمان کہتا ہے۔ میری عقل اور فہم کے مطابق، میری عقل اور فہم دنیا کی آخری عقل اور فہم نہیں ہے، میری جتنی سوچ ہے، جتنا علم ہے، میں اتنی بات میں نے آپ کے سامنے رکھنی ہے۔ میرے پاس اختیار اللہ نے نہیں دیا، نہ کسی انسان کے پاس اختیار ہے جو اپنے آپ کو مسلمان کے پسوں سے کہے کہ تو کافر ہے۔ یہ اختیار کسی انسان کو اللہ نے نہیں دیا، نبی رسولوں کو بھی نہیں دیا۔ اللہ تعالیٰ نے قرآن میں اپنے رسول کو مخاطب کر کے کہہ رہا ہے، رسول تیرا کام ہے میرا پیغام پہنچا دینا، بس تجھے میں نے ان کے اوپر دروگہ نہیں لگایا۔ تو کسی انسان، کسی عالم، کوئی کسی کے ایمان کے فیصلے دنیا میں نہیں کر سکتا۔ اختلافات تھے، ہیں، قیامت تک رہیں گے، لیکن اختلافات کا یہ مطلب نہیں ہے کہ کسی کو کوئی کہہ دے کہ تو ایمان سے آؤٹ ہے، خارج۔ یہ کہہ سکتے ہو کہ تم غلط ہو، ہم ٹھیک ہے، یہ اور بات ہے۔ یہ آپ کا بھی حق ہے، ہمارا بھی ہے، ہر کسی کے پاس حق ہے، لیکن اسلام سے نکالنا اور داخل کرنا یہ اختیار اللہ نے کسی کو نہیں دیا۔ جزاک اللہ۔ اچھا ملک صاحب، میرا ایک سوال ہے۔ جی میرا خیال ہے راجہ صاحب احمد پہلے یہ بھائی پوچھ لئیے کہ عامر بھائی ہے گے نا اتنے حال تک؟ نہیں میں- اور لے جنے ایکچولی سی کہ میں ایک منٹ راجا صاحب صرف آخری گل میں کر لاں، پھر ਉਹਦੇ ਬਾਅਦ ਤੁਹਾਡੇ ਕੋਲ ਟਾਈਮ ਜੇ ਤੁਹਾਨੂੰ ਜਲਦੀ ਤੇ ਕਰ ਲਓ ਜੇ ਤੁਸੀਂ ਜਾਣਾ ਵਾਪਸ ਜੀ। نہیں کوئی نہیں، میں سمجھا تسی چلے گئے ہو، میں تاں بولے ਅੱਛਾ ਅੱਜ ਸੰਡੇ ਸੇ ਜੀ ਤੁਸੀਂ ਤੇ ਆਈ ਘਰ ਹੋ। ਨਹੀਂ ਮੈਂ ਬਸ ਆਖਰੀ ਗੱਲ ਪੁੱਛਣੀ ਹੈ ਭਾਈ, ਮੈਂ ਇਸਲਾਮ ਦੇ ਬਾਰੇ ਨਹੀਂ ਪੁੱਛਿਆ, ਮੈਂ ਇਹ ਪੁੱਛਿਆ ਕਿ ਜਿਹੜਾ ਹੱਕ ਤੁਹਾਨੂੰ ਹੈ ਕਿ ਤੁਸੀਂ ਕਹੋ ਕਿ ਤਾਰਕ ਚੌਹਾਨ ਜਾਂ ਹਫੀਜ਼ ਸ਼ੇਖ ਜਾਂ ਅਕਬਰ ਖਾਨ ਇਹ ਮਿਰਜ਼ਾ ਸਾਹਿਬ ਦੇ ਪੈਰੋਕਾਰ ਨਹੀਂ, ਉਹਨਾਂ ਦੇ ਮੁਨਕਰ ਨੇ, ਇਹ ਹੱਕ ਮੈਨੂੰ ਵੀ ਹੈ ਕਿ ਨਹੀਂ? ਮੈਂ ਇੰਨਾ ਹੀ ਪੁੱਛਿਆ ਹੈ। ਕਿਆ ਮੈਂ ਨਬੀ ਪਾਕ ਦਾ ਮੁਨਕਰ ਤੁਹਾਨੂੰ ਕਹਿ ਸਕਣਾ ਕਿ ਤੁਸੀਂ ਨਬੀ ਪਾਕ ਦੇ ਪੈਰੋਕਾਰ ਨਹੀਂ, ਤੁਸੀਂ ਨਬੀ ਪਾਕ ਦੇ ਮੁਨਕਰ ਹੋ ਮਰਜ਼ਾਈ ਸਾਰੇ? ਇਸਲਾਮ ਦਾ ਤਾਂ ਮੈਂ ਪੁੱਛਿਆ ਹੀ ਨਹੀਂ ਹੈ جی۔ ملک صاحب آخری جواب دی، پھر میں میوٹ ہوں۔ عامر صاحب بات یہ ہے، ہمارے ایک دوسرے کے نزدیک کی بات اور ہوتی ہے۔ ہم آپ کو سمجھتے ہیں کہ آپ محمد صلی اللہ علیہ وسلم کے اصلی دین اللہ کا منکر ہو، آپ ہمیں سمجھتے ہیں، ٹھیک ہے، آپ کا اپنا حق ہے، ہمارا حق ہے، لیکن آپ یہ کہیں یا میں آپ کو یہ کہوں کہ آپ کو ہم منکر سمجھتے ہیں، اس لیے آپ نماز نہ پڑھیں، اذانیں مت نہ دیں، قرآن مت پڑھیں اور لا الہ الا اللہ محمد صلی اللہ علیہ وسلم مت کہیں، وہ جاہل کا بچہ ہے۔ اس کو جو اس کی سزا ملے گی نا، وہ عقیدوں میں سچا ہو تو بھی رب کعبہ کی قسم، قرآن کے شوشے کی قسم کھا کے کہتا ہوں، جو اس کو مار پڑے گی سچا ہونے کے باوجود کہ تم نے میرا کلمہ پڑھنے سے نے روکا اور سزائیں دی، تم نے میری اذان دینے سے نے روکا اور سزائیں دی، تم نے میری کتاب قرآن پڑھنے سے نے روکا اور سزائیں دی۔ رب کعبہ کی قسم، اگر کوئی اللہ کی سچی جماعت کا بندہ بھی اور سچی جماعت بھی قرآن پڑھنے سے روکے تو اس کی سزا انکار کرنے سے بڑی ہے۔ قرآن پڑھنے سے روکنے، نماز پڑھنے سے روکنے، کلمہ پڑھنے سے روکنے، اذان دینے سے روکنے کی جو سزا ہے، کفر کرنے سے بڑی سزا اس کی ہے۔ ملک صاحب سزائیں کون دینے ہونے والے ہوتے ہیں، بہرحال کہ ہم اچھی ملک صاحب ਇੰਨਾ ਜ਼ੋਰ ਲਾ ਕੇ ਕਿ ਤੁਸੀਂ ਜਿੰਨੀ ਗੱਲ ਕੀਤੀ ਹੈ ਫਿਰ ਵੀ ਉਹਦਾ ਰਿਜ਼ਲਟ ਤੇ ਹੈ ਹੀ ਹੈ ਨਾ ਕਿ ਕਿਆ ਮੈਨੂੰ ਇਹ ਹੱਕ ਹੈ। ਵੇਖੋ ਮੈਂ ਨਾ ਪਹਿਲਾਂ ਇਸਲਾਮ ਦਾ ਪੁੱਛਿਆ, ਹੁਣ ਨਾ ਮੈਂ ਇਹ ਪੁੱਛਿਆ ਵੀ ਮੈਨੂੰ ਕਾਨੂੰਨ ਬਣਾਉਣਾ ਚਾਹੀਦਾ ਕਿ ਨਹੀਂ, ਤੁਹਾਡੇ ਖਿਲਾਫ ਤੁਹਾਨੂੰ ਇਜਾਜ਼ਤ ਦੇਣੀ ਚਾਹੀਦੀ ਕਿ ਨਹੀਂ, ਇਹ ਮੈਂ ਗੱਲਾਂ ਨਹੀਂ ਪੁੱਛੀਆਂ। ਲੇਕਿਨ ਤੁਸੀਂ ਕਿਉਂ ਜਿੱਥੇ ਲਾਸ਼ ਪਈ ਹੋਵੇ ਉੱਥੇ ਕਈ ਨਹੀਂ ਮਾਰਦੇ? ਇਸ ਗੱਲੇ ਕਿ ਤੁਹਾਡੇ ਕੋਲ ਸਿੱਧੀ ਗੱਲ ਹੈ ਨਹੀਂ, جواب ہے نہیں ਤੁਹਾਡੇ ਕੋਲ। میں یہ پوچھا بھی کون سا جواب آپ چاہتے ہیں، آپ کو ہر جواب مل جائے گا، آپ سوال کریں۔ آپ دیں گے جواب مرزائیوں کی طرف سے؟ آپ مرزائی ہیں؟ ہاں جی ہاں جی ہاں جی، یہ بھی ہیں، یہ بھی ہیں۔ اچھا نہیں کہ میں تو قرآن کو سب سے پہلے مانتا ہوں نا، اس کے بعد میں مرزائی بھی ہوں، یہ ٹھیک ہے انہوں نے۔ آپ قرآن کو قرآن میرے لیے پہلے ہے اور میں نے دیکھا قرآن کو
مرزائی میں یہ کہ سمجھ آ مرزائی گئی، قرآن کو سمجھے تو مرزائی ہوتا ہے، ساری جب سمجھ کوئی آ گئی بندہ آپ کی قرآن بات۔ کو نہ سمجھے وہ مرزائی ہاں، بھی نہیں ہے میرے میں لیے۔ یہ پوچھ رہا ہوں کہ کیا یہ میں کہہ سکتا ہوں کہ آپ قرآن کو نہیں مانتے؟ آپ کہہ رہے ہیں میں مانتا ہوں، مجھے میں قرآن کو نہیں مانوں گا تو پھر میں مانوں گا کس چیز کو؟ یہی بات تو میں آپ سے پوچھ رہا ہوں کہ میرا حق نہیں ہے نا کہ میں کہوں کہ آپ قرآن کو نہیں مانتے۔ میں جب کہہ رہا ہوں کہ میں مانتا ہوں تو پھر آپ کیسے کہہ سکتے؟ میرا حق نہیں ہے کہ میں آپ کو کہوں کہ آپ قرآن کو نہیں مانتے جبکہ آپ کہہ رہے ہیں کہ آپ قرآن کو مانتے ہیں۔ بالکل وہی تو میں کہہ رہا ہوں، میں بہت مانتا ہوں، اچھا، اگر میں بہت اچھا، کہوں تو پھر بہت آپ اچھا، ٹھیک ہے۔ ایسے ہی اگر طارق چوہان کہے کہ میں مرزا صاحب کو مانتا ہوں، آپ کو حق ہے کہ آپ کہیں کہ آپ مرزا صاحب کو نہیں مانتے، آپ مرزا صاحب کے منکر ہیں۔ نہیں، اگر میں نہ مانتا ہوں گا تو میں بھی کہہ دوں گا نہیں مانتا۔ آپ کی نہیں میں بات کر رہا، یہ ساتھ آپ کے بیٹھے ہوئے ہیں اوپر طارق چوہان صاحب، وہ کہتے ہیں میں مرزا صاحب کو مانتا ہوں، آپ کو حق ہے کہ آپ کہیں کہ آپ نہیں مانتے مرزا صاحب کو؟ میں تو اپنا بتاؤں گا نا کہ میں کیا، دوسرے کا نہیں بتا سکتے آپ؟ نہیں دوسرے کا مجھے حق ہی نہیں ہے۔ یہ ملک صاحب کہتے ہیں مجھے حق ہے، یہ ملک صاحب نہیں، کہتے ہیں مجھے پتہ حق کیا ہے، ہر انسان اپنا خود کہ میں آپ کے بارے میں بھی کچھ نہیں کہہ سکتا کہ کبھی بھی کسی دوسرے کے بارے میں بولنا ہی نہیں چاہیے۔ میں کہہ رہا ہوں کہ یہ جو آپ کے ساتھ مجھے نہیں حق، اگر آپ کو حق ہے تو آپ بولیں، بڑے میں نہیں ایسا کروں۔ ملک صاحب دڑکی لا گئے نا، یہ ملک صاحب ملک صاحب نکل گئے، ملک صاحب نکل گئے۔ ملک صاحب کہہ رہے ਲੱਭਿਆ ਸੀ ਤੇ ਕੱਢ ਹੀ ਦਿੱਤਾ ਜੀ। ملک صاحب کہتے ہیں کہ مجھے حق ہے کہ میں لوگوں کا فیصلہ کروں کہ یہ طارق چوہان، یہ لوری گروپ، یہ جمبا گروپ، یہ مرزا صاحب کے منکر ہیں۔ کہ بارہ چلے، وہ تو ان کا کہنا ہے نا، آپ میرے سے بات کریں، میں تو نہیں نا ایسے کہہ رہا۔ اچھا، آپ کا کیا تعارف ہے جناب کا؟ نام پوچھ سکتا ہوں میں؟ شاہی احمد، کیا نام لکھا ہوا ہے؟ ہاں جی، شاہی احمد۔ ہاں جی، آپ کہاں پر ہیں، کس ملک میں ہیں؟ فی الحال جرمنی۔ پیدائشی احمدی ہیں آپ کے اپنے احمدیت قبول کی ہے، بیعت کی ہے؟ میں پیدائشی ہوں لیکن اس کے بعد میں نے سرچ کی، ریسرچ کی ہے اور اس مجھے بھی نا تھوڑا سا شک ہو گیا تھا اچھا کہ میں نے کہا ہے کہ کئی دفعہ نا اب قرآن بھی ہے نا، میں نے دیکھا کئی مسلمان پیدا ہوئے ہیں قرآن ہی نہیں پڑھتے، جب وہ سارا کچھ ہی تعلیم ہی نہیں حاصل کی تو پھر ایسے ہی کہہ دینا میں مسلمان ہوں، میں ایسے نہیں جانتا ہوں، کہہ دیتے بہرحال کی سٹوری۔ میں پھر ہر بندے کو سیرچ بھی تو تھوڑا سا اس حساب سے، میں اب کہہ رہا ہوں کہ نہ بھی ہوتا تو ہو جانا تھا سیرچ کے بعد۔ ودیا مہاراج تسی سناؤ۔ مجھے کوئی ثبوت نہیں چاہیے تھا، اور میں اللہ کو ماننے والا ہوں اور قرآن کو مانتا ہوں، اس کے حساب سے میں یہ کہتا ہوں کوئی ایسا بندہ نہیں دنیا میں آ سکتا جو غلط دعویٰ کرے کہ اللہ کے بغیر کہ میں نہیں مانتا، جو کرے وہ چند دن بس اللہ فرق کر دے گا، جو اللہ کے خلاف کرے گا، کیونکہ اللہ کے خلاف کوئی کر نہیں سکتا، جو کرے گا وہ بڑھے گا۔ اور ایسا میں مانتا نہیں ہوں جو ایسے ہی آگے بول دے اللہ اللہ کی رسپیکٹ میں کرتا ہوں، لیکن میں غلط نہیں کروں گا کہ ٹھیک ہے کوئی غلط ہو، اس کے چند دن ہوتے ہیں، کیونکہ اللہ اس کو رہنے نہیں دیتا غلط کو، مین وہ ہے۔ اور ہم ایسے ہی چھوٹی چھوٹی باتوں پہ لے کے بیٹھ گئے تو وہ پھر ہم بیوقوف ہی ہیں نا، پھر کے ایسے ہی چلتی آ رہی ہے شروع سے دنیا میں، کیونکہ اکٹھا پا ہی نہیں رہے تھے کہ مل جل کے رہ نہیں سکتے تھے، کہ ایسے ہی کوئی یہ بات بنا کے وہ پنگا، کوئی نہ کوئی چھوٹی موٹی بات سے بس کہ
یہ درا گزر کرے مرزا صاحب نو تساں کس طرح یعنی کہ قرآن چ سچا پایا ایک منٹ محبت کرے شاہی انوار احمد صاحب مرزا صاحب نو تساں کیویں پھر قرآن چ پایا جی پہلا یہ چیز سانو کلیئر کر دو تسی کہہ کہ قرآن نو پہلا من دو مرزا صاحب نو کیویں پایا قرآن چ اچھا پتہ کیا ہے سب سے پہلے قرآن آیا ٹھیک ہے اور قرآن ریسپیکٹفل ہے ایک محمد صلی اللہ علیہ وسلم سے وہ قرآن لے کے آئے اچھا بائبل کے ساتھ بھی فرقے ہوئے تھے قرآن کے ساتھ بھی فرقے ہوئے ہیں حالانکہ نہیں ہونے چاہیے تھے کہ قرآن تو ایک ہی ہے نا یہاں تو کافی سارے قرآن ہوتے ہیں یہ فرقہ بنا لیا وہ فرقہ پھر تو ماننے والی بات ہے ایسے ہی بائبل انسان غلطی کر لیتا ہے لیکن اپنی غلطی پہ مان بھی تو جائے نا میں اب سیدھی پوائنٹ وال کے بائبل میں بھی ہوتا قرآن میں بھی ہوا شاہی انوار صاحب میرا سوال یہ ہے کہ مرزا صاحب کو کیسے پایا قرآن سے آپ وہ یار بات تو پہلے سن لینا وہ تھا 72 کیوں بن گئے مرزا صاحب نے کہا سارے اکٹھے کر دو قرآن کو اکٹھا رکھو وہ کوئی نیا قرآن نہیں کوئی نیا کلمہ نہیں ہے وہی بس قرآن ہمارا پرانا محمد صلی اللہ علیہ وسلم کا نام جو مشی میں ملا دی ہے اس کو دیا تسی بالکل برعکس گل کر رہے ہو مرزا صاحب دے کیا مرزا صاحب نے آیا 1858 دے وچ قرآن دوبارہ نازل ہویا اور قرآن دے معنی یار یہ پھر غلط بات کر رہے ہیں ایسی نہیں بات قرآن وہی ہے پرانا نیا نہیں کوئی نازل نہیں ہوا وہی کلمہ لا الہ الا اللہ محمد رسول اللہ انہوں نے کون سا لا الہ غلام رسول اللہ بنا دیے وہی لا الہ الا اللہ محمد رسول اللہ وہی قرآن اور صرف قرآن کو کہ بانٹ دیا گیا وہ نہیں ہونا چاہیے تھا اس کو اکٹھا کر کے ہماری جان ہے وہ قرآن اس کو پیار محبت سے کریں سارے لوگ کہ جو تعلیم تھی وہ نہیں پہنچی وہ کیوں انہوں نے ہمیں ٹینشن میں ڈال دیا تھا جنگوں میں اور ہم بیوقوف کے لڑتے رہے اور سیکھا ہی نہیں پیسے پوسے کے پیچھے تعلیم کی سمجھ ہی نہیں ہے بہت لوگوں کو لیکن کم ہے ہونی زیادہ چاہیے تھی بہرحال دعا ہونی چاہیے سب کے لیے شاہی انوار صاحب آپ سے سوال میں نے نا ایک چھوٹا سا کیا تھا کہ مرزا صاحب کہتے تھے قرآن تو اٹھ گیا اور یہ قرآن کے معارف جو معنی ہیں وہی ہوں گے جو میں بتاؤں گا کوئی اور بتائے گا وہ معنی نہیں مانے جائیں گے یار ایسی بات ہی نہیں ہے آپ ایسے نہیں وہی قرآن ہے اور صرف میں نے ابھی سوال نہیں کیا تھا فرقے ایسے حالانکہ ایک قرآن ہے آپ نے نا ایک بات کی کلمہ بھی وہی ہے کلمہ سب کو رہنا چاہیے کہ ایک فرقہ دوسرے کو غلط کہے یہ نہیں بنتا سارے قرآن تو اچھی تعلیم ہے پیار محبت ہے تو ایسے فرقے بنا کے تو لڑائیاں کرا کے تو اس میں کیا فائدہ ہے حالانکہ وہ میرا سوال ہے اچھا آپ نے بات کی ہے کلمہ بھی وہی ہے حالانکہ کلمہ آپ نے کہا کلمہ بھی وہی ہے لیکن اگر آپ کو دکھا دو اگر ایک منٹ کہ وہ ایسے کیا کر گئے وہ آپ سوچ رہے ہیں انہوں نے کچھ بھی نہیں کیا وہ صرف ہماری تعلیم وہی قرآن کی بات کر رہے ہیں اور کوئی نہیں کہ میرا کلمہ پڑھنا شروع کر دو یہ ہو اگر ایسا ہوتا تو میں وہی پوائنٹ دیکھ رہا تھا کہ کون سے پوائنٹ ہیں جو ایسے ہی بس کے کہہ دیتے ہیں ایسے کہ اللہ کے کام ہے اللہ کے کاموں میں کون دخل اگر میں آپ کو دکھا دوں اگر شاہد صاحب میں آپ کو دکھا دوں ابھی بھی کسی نے خوش نہیں ہوا شاہد صاحب میں اگر آپ کو دکھا دوں کہ جو کلمہ پڑھتے ہیں اس سے مراد ہم مرزا صاحب کو بھی لیتے ہیں تو پھر کلمہ لا الہ الا اللہ محمد رسول اللہ اس سے مراد مرزا صاحب کو بھی لیتے ہیں دکھا دوں تو پھر یار آپ نا ایسے ہی نا کہانیاں نہ بنا لیا کریں پتہ لیتے یا دیکھیں پتہ کیا ہے اب جو بھی آنے والا ہوتا ہے نا وہ اس کا اور اللہ کا مسئلہ ہے ہم کون ہوتے ہیں اس کی ایسے غلطیاں بیچ میں باتیں کریں سب سے پہلے تو اتنے پہلے آئے تھے کیا ان کا کسی نے کوئی
इनाम दिया, सारे जलील हो के गए हैं। कितने हजार थे, कितने हजार थे? हजरत मोहम्मद सल्लल्लाहु अलैहि वसल्लम इतना अच्छा कलाम लेके आ रहे हैं, कितना जलील जंगे उनको करने की कोई जरूरत थी? लोगों ने आगे हमले किए, हालांकि क्यों किए? हालांकि वो यार, मैं तो ना इंसानों पे मैंने कहा इतनी अकल अकल कहाँ है इंसान की? चाहता क्या है इंसान? वो समझता है, क्या समझता है वो अपने आप को कि क्या इधर दिखाने हैं कि अपना रोल समझ नहीं आ रही, इधर आगे अपना है कि तौबा करनी चाहिए थोड़ी सी, कि अल्लाह से थोड़ा डरना भी तो चाहिए कि नहीं? मैं तो डरता हूँ, उस हिसाब से मैं मानता हूँ, लेकिन शाही साहब हराम है जो आपकी किसी भी बात की कोई समझ आई हो। आपकी 80-90 साल उम्र हो गई है, आप किस तरह की बातें कर रहे हैं? आपकी किसी यार मैं एक ना बात की दुनिया समझ में आके नहीं है। हैरान हो गया हूँ, ये मसला क्या है दुनिया में। मेरी कितनी उम्र बता दी? 90 साल बुजुर्ग हैं आप, तो इस बुढ़ापे में तो थोड़ी सी एहतियात किया करें। यार 90 से 10-20 और ऊपर कर देंगे, 90 पे क्यों स्टॉप हो गए? 110 कह देना। बहरहाल नूह अलैहिस्सलाम की 950 साल उम्र थी। पहले लोगों की ना ज्यादा होती थी, अब कम है, पर दुआएं हैं सबके लिए कि मेरे वाले साहब है ना, अच्छा, कई लोगों का ना ऐसे होता है आवाज से और लगते हैं। मेरे वाले साहब है ना, मेरे से 20 साल यंग लगते हैं, हालांकि मैं उनका बेटा हूँ। कि ये हर बंदे का अपना अपना होता है लहजा। और सॉरी कर रहा हूँ कि आप पहले नहीं है जिन्होंने कहा है, क्या आवाज से ऐसे लगता है, लेकिन मेरे वाले साहब को ना मैं हमेशा तारीफ करता हूँ, उनकी ऐसे यंग आवाज लगती है ना, मैं उनको माशाल्लाह हमेशा कहा, मुझे लोग कहते हैं इसकी ये वो, और आप तो यंग लगते हो मेरे वाले साहब आवाज से। और सुनाए सब भाई। आप सुनाएं शाही साहब, सब बिजी हो गए हैं मेरे यार ख्याल है, तो आपको सब मैंने आपकी तो बातें बताया सुन ना, रहे हैं, लेकिन आपकी किसी बात की समझ नहीं आ रही। यार पता क्या है, जब वो आप ऐसे लग समझना रहा चाहेंगे है ना, आप जैसे समझ आप जाएंगे। जब आपने ऐसे करना है ना, हाँ ऐसे हाँ करना है, फिर नहीं आप, लेकिन आप सवाल करें, मैं आपको जवाब दे देता हूँ। अच्छा, आपका लहजा ही इस तरह है जिस तरह आप बात करते हो। मैंने 1-2 दफा और भी आपको किसी ब्रॉड पे सुना है, नहीं ऐसा लगता है कि जैसे वो मतलब टॉनिक के सुरूर में हो, आप माहौल बना के आप बात करते हो, ऐसा लगता है मुझे, और यार आपकी पता आवाज क्या से है, भी देखिए लगता है देखिए ऐसा। देखिए, आप फिर से गलत गलत साइड पे जा रहे हैं, गलत बात कर रहे हैं, ठीक है? आप नहीं, मैंने वैसे मैं कहा है, देखिए टॉनिक के देखिए देखिए सुरूर देखिए में। देखिए, पहले तो एक होता है, मैं आपको जब गलत कोई आपको बेलाई दिखूंगा, मतलब कि आप पे अटैक करूंगा, तो फिर आपका पॉइंट बनता है ऐसे वैसे कहने को ना, और ऐसे ही किसी को बदनामी, ऐसे ही कभी ऐसे। शाही मैं साहब, पीछे आपने भैंस बांध दी देखिए है, देखिए ठहरे, आप तो बात आवाजें आ रही है बड़ी मेरा अजीबो ना गरीब। कई दफा ना वो कहता, वो इसने ये बातें की हैं, वो की हैं, और मैंने कहा यार मैंने आज तक ऐसी बात ही नहीं की, अगर मैंने की हो ना, रिकॉर्ड दिखा दे, लाख यूरो दूंगा, सोफा अभी दूंगा। मैंने कहा कि ऐसे ही बात सबसे पहले तो करनी ही नहीं चाहिए।
लेकिन ठीक है, कभी कभी बंदा गलती कर लेता कर देता है, लेकिन उस पे पक्का थोड़ा ऐसे लोगों को सुनाया कि अब तो ऐसे ना जैसे ये अब तो मुझे मशहूरी लग रही है, जानबूझ के मेरे साथ ना ऐसे ही करते हैं कि इसको ऐसे ऐसे बदनाम करें। कभी एक दिन वो ना ऐसे लगा के बैठ गए, 9-10 दफा बता दिया एक टॉपिक, अब 10 दफा टॉपिक बता दिया है तो दोबारा वो टॉपिक पे बात करनी चाहिए या नहीं? फिर मैंने ना 3 दफा टॉपिक फिर से सुन के मैंने कहा 10 दफा पहले सुनिए, टॉपिक खत्म हो गया है, आगे नहीं तो बात करें ना। उसी टॉपिक पे फंस के बैठे हुए हैं। और कि ऐसे ही किसी टॉपिक को लेके फंस के कोई अड़ा के नहीं, बहस का फायदा ही नहीं होता। ऐसा मैं नहीं काम करता, लेकिन इंसान करते हैं, नहीं करना चाहिए। और ऐसे ही किसी पे इल्जाम भी, ऐसे बात भी नहीं करनी चाहिए। या तो बंदा पास बैठा ना, सबूत हो, बंदा बोल सकता है, कह सकता है, लेकिन ऐसे ही अंदाजे लगा के ये कह देना, उधर ये कह देना, ये तो बस ना ड्रामेबाजी जो है ना, ये बहुत चलती है, लेकिन इसमें अच्छी बात है। एक दफा ऐसे ही मैंने ना वो सुन के मैंने कहा ये एक कोई पता नहीं कौन बहुत फूट हो गए, उसके बारे में बोली जा रहा है। और मैंने कहा यार तुम्हें थोड़ी सी अकल है? अगर तुम्हें अकल होती ना तुम बात ना करते, ठीक है, वो तो बहुत हो गया, तुम्हें कोई ना मिलने उसके बारे में ऐसे बोली जाओगे। चलो उसने गलत किया, वो किया होगा, उसको सजा उसकी मिल जाएगी, तुम क्या इनाम लेने आए हो? अब कि अब बात में से निकालना क्या होता है? ऐसे ही कहानी कूनी बना के ये लगा दिया वो लगा दिया, सीधी बात पे आए, सच्चाई पे आए। मेन तो वो बात होती है प्यार मोहब्बत से। किसी का दिल नहीं दुखाना चाहिए, प्यार मोहब्बत से सबसे। कि मैं तो ऐसा ही हूं, सबसे प्यार मोहब्बत से रहता हूं, कि मुझे मजहबों का नहीं है, मुझे इंसानियत, कि सारे इंसान है, रिस्पेक्ट इंसानियत की। कि मैं क्या किसी को गलत कौन होता हूं मैं कहने वाला? मैं तो नहीं कहता, सारे इंसान जैसे मर्जी अपनी अपनी कब्रों में जाना है। कौन सी मैंने गारंटी ली हुई है किसी की कब्रों में कि मैं ये वो कहूं? इंसान तो है ना, प्यार में बस दिल तो खुश रखें, ऐसे नाराज थोड़ा करें इन लोगों को। अस्सलाम वालेकुम। सलाम। यार काफी देर हो गई है, बाकी भी लोग बैठे होते हैं, को एक ही बंदा बस बात करी जा रहा है। आप कर लें, वही मैं इंतजार कर रहा था। आप म्यूट लगाएं 1 मिनट, काफी सुना है आपको। राजा जवेद साहब, सारे मुसलमानों अस्सलाम वालेकुम, अगर इजाजत होई तो सिर्फ 5 मिनट मैनू दिओगे? जी जी लो सर। आमिर भाई ਇੱਥੇ ਹੀ ਹੋ ਤੁਸੀਂ? नहीं वो मसरूफ ने मेरा ख्याल, काफी देर पहले कह के गए ना मैं वो। ਸਾਨੀ ਸਾਹਿਬ ਤੁਸੀਂ ਇੱਥੇ ਹੀ ਹੋ? हाँ इन्ना दा नहीं पता। ਫਿਰ ਅਸਕਾਨੀ ਸਾਹਿਬ ਤੁਸੀਂ ਇੱਥੇ ਹੀ ਹੋ? कई दफा वो भी बिजी हो जाता है। नहीं आप तो है ना, आप बस बात ਸਰ ਤੁਸੀਂ ਇੱਕ ਮਿੰਟ ਜ਼ਰਾ ਮਿਊਟ ਲਾਓ, सारे इधर ही टेंशन ना लें। ਮਿਊਟ ਲਾਓ, ਤੁਸੀਂ ਮਿਊਟ ਲਾਓ। ਹਾਂਜੀ ਤੁਸੀਂ 1-2 ਪੈਕ ਹੋਰ ਲਾ ਲਓ। ਅੱਛਾ ਗੱਲ ਹੈ ਵੇ ਕਿ ਯਾਰ ਇਹ ਜ਼ਰਾ ਨਾ ਸਕਰੀਨ ਥੋੜੀ ਜਿਹੀ ਵੱਡੀ ਕਰਿਓ, ਮੈਂ ਜ਼ਰਾ ਇੱਥੇ ਕੋਈ ਚੀਜ਼ ਦਿਖਾਣੀ ਹੈ ਤੇ ਫਿਰ ਜਿਹੜਾ ਨਾ ਉਹ ਫਿਰ ਮਾਮਲਾ ਤਾਂ ਬਾਅਦ ਵਿੱਚੋਂ, ਕਿਉਂਕਿ ਉਹ ਫਿਰ ਖਰਾਬ ਨਾ ਹੋਣ। ਤੇ ਅਸਕਾਨੀ ਸਾਹਿਬ ਅਗਰ ਆਉਂਦੇ ਨੇ ਤੇ ਫਿਰ ਅਸਕਾਨੀ ਸਾਹਿਬ ਨੂੰ ਵੀ ਇਹ ਪੈਗਾਮ ਦੇ ਦਿਓ, ਉਹਨਾਂ ਨੂੰ ਕਿਹੋ ਕਿ ਫਿਰ ਮਤਲਬ ਹੈ ਵੇ ਕਿ ਤੁਸੀਂ ਯਾਨੀ ਕਿ ਜਿਹੜੇ ਕਾਦੀਆਨੀ ਜਮਾਤ ਦੇ ਲੋਕ ਨੇ ਜਾਂ ਜਿਹੜੇ ਜੰਬੇ ਗਰੁੱਪ ਦੇ ਲੋਕ ਨੇ ਉਹਨਾਂ ਨੂੰ ਤੁਸੀਂ ਮੋਡੀਨੇਟਰ ਬਿਠਾ ਕੇ ਫਿਰ ਤੁਸੀਂ ਮੁਸਲਮਾਨਾਂ ਨੂੰ ਜਿਹੜਾ ਵੇ ਉਹ ਤੁਸੀਂ ਜਿਹੜਾ ਨਾ ਉਹ ਪੇ ਕਰਦੇ ਹੋ। ਹੁਣ ਇਹ ਬੰਦਾ ਥੱਲੇ ਬਹਿ ਕੇ ਬਕਵਾਸ ਪੇ ਕਰਦਾ ਸੀ ਅੱਗੇ ਨਾ, ਮੈਂ ਅੱਗੇ ਲਾਈਵ ਦੇ ਉੱਤੇ ਆਇਆ ਵਾਂ ਤੇ ਇਹ ਬੰਦਾ ਬਕਵਾਸ ਕਰ ਰਿਹਾ ਸੀ, ਠੀਕ ਹੈ, ਸਰਕਾਰ ਅਲੀ ਸਲਾਤੁ ਸਲਾਮ ਦੇ ਬਾਰੇ ਦੇ ਵਿੱਚ, ਮਸਾਜਿਦ ਦੇ ਬਾਰੇ ਦੇ ਵਿੱਚ। ਤੇ ਮੈਂ ਇਸ ਬੰਦੇ ਨੂੰ ਜਿਹੜਾ ਹੈ ਨਾ ਉਹ ਮੈਸੇਜ ਕੀਤਾ, ਔਰ ਮੈਸੇਜ ਵੀ ਜਿਹੜਾ ਹੈ ਨਾ ਮੈਂ ਆਬਰ ਨਜ਼ੀਰ ਭਾਈ ਨੂੰ ਕੀਤਾ ਵੇ, ਇਸ ਬੰਦੇ ਨੂੰ ਨਹੀਂ ਸੀ ਕੀਤਾ। ਮੈਂ ਕਿਹਾ ਸੀ ਕਿ ਇਸ ਨੂੰ ਮਿਊਟ ਲਾਓ ਜਾਂ ਇਸ ਬੰਦੇ ਨੂੰ ਜਿਹੜਾ ਹੈ ਨਾ ਬਲੌਕ ਕਰੋ। ਉਸ ਤੋਂ ਬਾਅਦ ਜਨਾਬ ਜੀ ਟਾਕ ਮਾਸਟਰ ਜਿਹੜਾ ਵੇ मैं
ਮੈਂ ਫੋਨ ਤੋਂ ਦੂਰ ਸੀ, ਮੈਂ ਤਾਂ ਫੋਨ ਕਾਲ ਆਈ ਨਹੀਂ, ਸਕਰੀਨ ਦੇਖ ਨਹੀਂ ਸੀ ਰਿਹਾ। ਮੈਂ ਹੁਣ ਫੋਨ ਕਾਲ ਆਇਆ, ਇਹ ਬੰਦੇ ਦੀ ਮੁਸਲਸਲ ਮੈਂ ਗੱਲ ਸੁਣ ਰਿਹਾ ਸੀ ਤੇ ਮੈਂ ਕਿਹਾ ਯਾਰ ਕਿਉਂ ਬੰਦਾ ਬੋਲੀ ਜਾ ਰਿਹਾ। ਨਹੀਂ ਨਹੀਂ ਰਾਜਾ ਜਵਾਦ ਸਾਹਿਬ, ਇਹ ਜਿਹੜੀ ਗੱਲ ਨਹੀਂ ਪੇ ਕਰਦਾ ਹੈਗਾ, ਮੈਂ ਪਹਿਲੇ ਦੀ ਪੇ ਗੱਲ ਕਰਨਾ, ਤਕਰੀਬਨ ਕੋਈ ਅੱਧਾ ਕੁ ਘੰਟੇ ਪਹਿਲੇ ਦੀ ਨਾ ਟਾਕ ਮਾਸਟਰ ਇੱਥੇ ਬੈਠਾ ਦਾ ਸੀ ਤੇ ਟਾਕ ਮਾਸਟਰ ਦੇ ਨਾਲ ਮੈਂ ਤਸਵੀਰ ਲਾਈ ਹੈ ਤੇ ਉਹ ਬੰਦਾ ਬਹਿ ਕੇ ਥੱਲੇ ਸਰਕਾਰ ਅਲੀ ਸਲਾਤੁ ਵਸਲਾਮ ਦੇ ਬਾਰੇ ਦੇ ਵਿੱਚ ਬਕਵਾਸ ਪੇ ਕਰਦਾ ਸੀ। ਮੈਸੇਜਾਂ ਦੇ ਵਿੱਚ ਮੈਂ ਮੈਸੇਜ ਕਰ ਰਿਹਾ ਸਾਂ ਜਾਂ ਮਿਊਟ ਲਾਓ ਜਾਂ ਬਲੌਕ ਕਰੋ, ਠੀਕ ਹੈ, ਔਰ ਮੈਂ ਕਾਲ ਵੀ ਪਾਈ ਸੀ ਤੇ ਟਾਕ ਮਾਸਟਰ ਜਿਹੜਾ ਸੀ ਉਸ ਬੰਦੇ ਨੂੰ ਬਕਾਇਦਾ ਜਵਾਬ ਦੇ ਰਿਹਾ ਸੀ, ਠੀਕ ਹੈ ਜੀ। ਔਰ ਟਾਕ ਮਾਸਟਰ ਜਦੋਂ ਮੈਂ ਥੱਲੇ ਮੈਸੇਜ ਕੀਤੇ ਨੇ, ਟਾਕ ਮਾਸਟਰ ਨੇ ਮੈਨੂੰ ਜਿਹੜਾ ਨਾ ਮਿਊਟ ਕਰ ਦਿੱਤਾ ਹੈ। ਤੇ ਭਾਈ ਗੱਲ ਹੈ ਵੇ, ਜੇ ਤੇ ਤੁਸੀਂ ਫਿਰ ਇੱਥੇ ਬਹਿ ਕੇ ਮਾਜ਼ਰਤ ਦੇ ਨਾਲ ਫਿਰ ਦਰੂਦੋ ਸਲਾਮ ਪੜ੍ਹਾਈ ਜੋ ਭਾਈ ਜੀ, ਠੀਕ ਹੈ, ਜਾਂ ਥੱਲੇ ਬਹਿ ਕੇ ਉਹ ਗੁਸਤਾਖੀਆਂ ਪੇ ਕਰਦੇ ਨੇ, ਫਿਰ ਜਿੰਜ ਉਹਨਾਂ ਨੂੰ ਗੁਸਤਾਖੀਆਂ ਕਰਨ ਦਾ ਹੱਕ ਹੈ ਅੰਬੀਆ ਦੇ ਬਾਰੇ ਦੇ ਵਿੱਚ, ਤੇ ਫਿਰ ਸਾਨੂੰ ਵੀ ਮਾਂ ਭੈਣ ਫੇਰਨ ਦਾ ਮਰਜ਼ਈਆਂ ਦਾ ਹੱਕ ਹੈ ਨਾ, ਉਹ ਸਾਡੇ ਕੋਲ ਕਿਉਂ ਖੋਂਦੇ ਹੋ? ਖੈਰ ਇਹ ਚੀਜ਼ ਮੈਂ ਤਾਂ ਨਹੀਂ ਗੱਲ ਕਰ ਰਿਹਾ। ਇਬਰਾਹਿਮ जी ਭਾਈ राजा जी, राजा साहब जो देंगे ਇਹ ਮੈਂ ਇਹ ਤੁਸੀਂ ਇੱਕ ਵਾਰੀ ਜ਼ਰਾ ਨਾ ਸਕਰੀਨ ਵੱਡੀ ਕਰਕੇ ਸਰ ਦੇਖ ਲਓ ਤੇ ਤੁਹਾਨੂੰ ਖੁਦ ਪਤਾ ਲੱਗ ਜਾਏਗਾ। ਅਸੀਂ ਪ੍ਰੂਫ ਬਕਾਇਦਾ ਕੋਲ ਰੱਖਨੇ ਆ। ਨਹੀਂ ਉਹ ਤੁਹਾਡੀ ਗੱਲ ਠੀਕ, ਉਹ ਮੈਂ ਹੁਣ ਤੁਹਾਡੀ ਸਕਰੀਨ ਨੂੰ ਵੱਡੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਮੇਰੇ ਕੋਲ ਨਹੀਂ, ਐਕਸੈਸ ਹੀ ਨਹੀਂ ਵੱਡੀ ਕਰਨ ਦਾ। ਯਾਰ ਇਹ ਤੇ ਗੱਲ ਗਲਤ ਹੁੰਦੀ ਹੈ ਨਾ ਕਿ ਤੁਸੀਂ ਯਾਨੀ ਕਿ ਆਪਣੇ ਮੁਸਲਮਾਨਾਂ ਨੂੰ ਤੁਸੀਂ ਉਹਨਾਂ ਬੰਦਿਆਂ ਨੂੰ ਜਿਹੜਾ ਹੈ ਨਾ ਇੱਥੇ ਉਹ ਮੋਡੀਨੇਟਰ ਬਣਾਇਆ ਦਾ ਕਿ ਜਿਹੜੇ ਬੰਦੇ ਅੰਬੀਆ ਦੀ ਗੁਸਤਾਖੀ ਪੇ ਕਰਦੇ ਨੇ ਜਾਂ ਕਰਵਾਉਂਦੇ ਪਏ ਨੇ। ਭਾਈ ਤੁਸੀਂ ਜੋ ਵੀ ਪੇ ਕੰਮ ਕਰਦੇ ਹੋ, ਅਸੀਂ ਕਦੀ ਵੀ ਤੁਹਾਨੂੰ ਨਹੀਂ ਪੇ ਰੋਕਦੇ ਹੈਗੇ ਕਿ ਯਾਰ ਤੁਸੀਂ ਗਲਤ ਪੇ ਕਰਦੇ ਹੋ ਜਾਂ ਸਹੀ ਪੇ ਕਰਦੇ ਹੋ, ਪਰ ਮਤਲਬ ਇਹ ਵੇ ਕਿ ਜਿਹੜਾ ਬੰਦਾ ਥੱਲੇ ਬਹਿ ਕੇ ਅੰਬੀਆ ਦੀ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਗੁਸਤਾਖੀ ਪੇ ਕਰਦਾ ਵੇ, ਉਹਨਾਂ ਨੂੰ ਗਾਲਾਂ ਪੇ ਕੱਢਦਾ ਵੇ, ਤੇ ਜਦੋਂ ਅਸੀਂ ਉਸ ਬੰਦੇ ਨੂੰ ਜਵਾਬ ਪੇ ਦਿੰਨੇ ਆ ਜਾਂ ਆਪਣੇ ਬੰਦੇ ਨੂੰ ਅਸੀਂ ਪੇ ਕਹਿੰਦੇ ਆ ਕਿ ਭਾਈ ਜੀ ਇਸ ਬੰਦੇ ਨੂੰ ਮਿਊਟ ਲਾ ਦਿਓ, ਤੇ ਉਹੀ ਕਾਦੀਆਨੀ ਜਿਹਨੂੰ ਤੁਸੀਂ ਮੋਡੀਨੇਟਰ ਬਣਾਇਆ ਉਹ ਬੰਦਾ ਬਹਿ ਕੇ ਜਨਾਬ ਜੀ ਸਾਨੂੰ ਮਿਊਟ ਪੇ ਕਰਦਾ। तोबा तोबा अस्तगफिरुल्लाह, अगर कोई हजरत ਉਹ ਯਾਰ ਤੂੰ ਤੇ ਚੁੱਪ ਕਰਨਾ, ਤੂੰ ਪਹਿਲੇ ਦਵਾਈ ਲੈ ਕੇ ਆ ਡਾਕਟਰ ਦੇ ਕੋਲੋਂ, ਸਾਨੂੰ ਮੁਸਲਮਾਨਾਂ ਨੂੰ ਗੱਲ ਕਰਨ ਦੇ। ਤੂੰ ਤੇ ਮਿਊਟ ਲਾ ਨਾ, ਤੇਰੇ ਪਿੱਛੋਂ ਜਿਹੜਾ ਖਰਾਟੀਆਂ ਦੀ ਆਵਾਜ਼ ਆਉਂਦੀ ਹੈ ਉਹਨਾਂ ਨੂੰ ਥਾਪੀਆਂ ਦੇ ਕੇ ਸਵਾ। ਤੋਬਾ ਤੋਬਾ, ਤੂੰ ਬੰਦ ਕਰ ਜਰਾ ਮਿਊਟ ਆਪਣਾ, ਸਾਨੂੰ ਮੁਸਲਮਾਨਾਂ ਨੂੰ ਗੱਲ ਕਰਨ ਦੇ। ਮੈਂ ਨਹੀਂ ਮੁਸਲਮਾਨ। ਰਾਜਾ ਜਵਾਦ ਸਾਹਿਬ ਤੁਸੀਂ ਜ਼ਰਾ ਮਿਹਰਬਾਨੀ ਕਰੋ, ਆਮਿਰ ਭਾਈ ਆਂਦੇ ਨੇ, ਆਮਿਰ ਭਾਈ ਦੇ ਅੱਗੇ ਵੀ ਜਿਹੜਾ ਨਾ ਤੁਸੀਂ ਇਹ ਮੇਰਾ ਪੈਗਾਮ ਦਿਓ, ਅਗਰ ਸੁਣਦੇ ਪਏ ਨੇ ਤਾਂ ਠੀਕ ਹੈ, ਅਗਰ ਨਹੀਂ ਤਾਂ ਸੁਣਦੇ ਨਹੀਂ ਆਮਰ ਸਾਹਿਬ ਨਹੀਂ, ਉਹ ਨੀਚੇ बात ऐसी की है। और अच्छा वालेकुम मोहम्मद रसूलुल्लाह पढ़ता हूं, तो आपको मैं नहीं मुसलमान अस्कानी लगता। साहब, अच्छा एक आपने अस्कानी साहब इन्हों तो चुप कराओ भाई, जरा। एक मिनट भाई, थोड़ा सा टाइम दे दीजिए। क्या मसला बना है भाई? मसला ये बना है कि अस्कानी साहब आगे मैं आपकी लाइव के ऊपर आया हूँ, मुझे लाइव शेयर हुई है, तो एक कादियानी जमात का बंदा नीचे बैठ के सरकार अलैहिस्सलाम के बारे में ना गुस्ताखियाँ कर रहा था, गालियाँ दे रहा था। हजरत अम्मा आयशा सिद्दीक़ा को भी उसने गाली दी हैं, सरकार अलैहिस्सलाम को भी वो गालियाँ दे रहा था, बाकायदा गाली थी। मैं सॉरी कहता हूँ अगर किसी ने यार एक मिनट ठहर जाना यार, इसको अस्कानी साहब इसको थल्ले लाओ हूँ जरा, करने दे, कोई मसला नहीं, आप बात कीजिए। तो टॉक मास्टर जो आपने मॉडिनेटर बनाया हुआ है उस बंदे ने, ये जरा स्क्रीन बड़ी करें आपको खुद पता चल जाएगा, ठीक है, कि वो बंदा गुस्ताखियाँ कर रहा है। तो मैंने उसको जवाब दिया है, जवाब देने के बाद मैंने आमिर नज़ीर साहब को नीचे मैसेज किया है, मैंने कहा यहाँ इसको म्यूट करें या इसको ब्लॉक करें, ठीक है। टॉक मास्टर को जिसको आपने मॉडिनेटर बनाया है उसने मुझे म्यूट किया है, और वो बंदा बाकायदा तौर के ऊपर वो कभी मस्जिदों के ऊपर बात कर रहा है, कभी हज़रत अम्मा आयशा सिद्दीक़ा रज़ियल्लाहु तआला अन्हा के बारे में बात कर रहा है, कभी सरकार अलैहिस्सलाम के बारे में बात कर रहा है। तो भाई अगर ये आप हक देते हैं कादियानियों को मॉडिनेटर बनाने का, जिस तरह वो यहाँ पे बैठ के मुसलमानों को म्यूट कर रहे हैं और गुस्ताखियाँ खुली आम कर रहे हैं, उनके जो अल्फाज हैं वो बयान कर रहे हैं, तो भाई ये तो फिर ज्यादती होगी ना, ये तो आप मुसलमानों के साथ। ओ यार चुप कर, तू चुप कर शराबिया, तमीज से बात करें। चुप कर इथे, तेरे मैं मिर्जे की गांड खोल देनी है, बात नहीं करनी, चुप कर इथे। कहाँ फिर रहे हो तुम? मैं तेरे घर फिर रहे हैं, बुआ खोल जरा वेह छोड़े ना नाले उनको, कमरे च। आप उनको छोड़ो। ओ हेलो, तमीज से बात करो। ठीक है, ठीक, क्या हो गया भाई? ये भाई देखिए भाई, पता नहीं शायद
आपको उतार दिया मैं गया। सॉरी कर रहा हूँ, सॉरी आपसे मेरी तरफ से ना। आपका मामला नहीं, सुन लीजिए, आपका मामला नहीं है। वो शिकायत कर रहे हैं ग्रुप में जो ब्रोड में जो कुछ हुआ। पहली बात यह है ना भाई कि नीचे जो कुछ हो रहा है वो आमिर रजीज साहब उसको देख नहीं रहे। आप जानते हैं वो गाड़ी में होते हैं, गुफ्तगू कर रहे होते हैं, और मैं खुद नीचे ध्यान देता ही नहीं। कोई नीचे नंगा नाच रहा है भाई बदतमीज बहुत हैं तो ये मुमकिन है, लेकिन आमिर नजीर साहब नीचे नहीं देख रहे होते, वो गाड़ी में होते हैं, गुफ्तगू किया जाता है, दो आदमी जो बात कर रहे हैं उनकी तरफ तवज्जो होता है, नीचे जो नाचने वाले नाच रहे होते हैं। बहरहाल कभी इस तरह से हो तो उसको जरूर ब्लॉक किया जाएगा। रही बात टाक मास्टर की, वो ये तो बात दुरुस्त है कि वो अहमदी हैं, लेकिन उसमें वो खयानत वाली बात या अपने लोगों को ज्यादा उनके लिए वो हिमायत, ये जरा अपने मॉडरेटर को आप समझाएं, ये कॉल से क्यों उतार रहे हैं। अगर बात सुनने की हिम्मत नहीं है तो भाई ये सीधे तरीके से करें कि आप फिर गुस्ताखियां करवा रहे हैं, बस ठीक है, फिर बात खत्म। नेक्स्ट टाइम फिर हमसे हम तो आपको मुसलमान समझ के आए हैं कि यार हमारे मुसलमान भाई हैं, अगर हमने आपसे बात नहीं करनी तो भाई किससे करनी है। या फिर आपने सारे जो वो मॉडरेटर हैं वो सारे आपने फिर कादियानी बना दे, फिर मसला ही कोई नहीं है फिर मुसलमानों को। आप बात सुनेंगे या नहीं सुनेंगे ये बताइए पहले। तो सर अपने पहले बंदों को कहें कि यहाँ तो पहले तो म्यूट से हटाएं और फिर बाद में ये कॉल से ना उतारें। मेरी बात सुन लीजिए, आपने बात की, मेरी बात आराम से सुन लीजिए, आराम से सुन लीजिए, तवज्जो के साथ सुन लीजिए। आप हमारे भाई हैं, मुसलमान हैं, लेकिन हमसे ज्यादा आप ईमानदार भी नहीं हैं, हमसे ज्यादा सलाहियत भी नहीं है आप में, और हमसे ज्यादा आप नबी से, नबी के घर वालों से, अहले बैत से, साहबा से मोहब्बत भी नहीं करते। इस चीज को अपने जहन से निकाल दीजिए। आप हमारे भाई हैं, सर के ताज हैं। बरोड़ों में बकवासात होते हैं, जो है वो चुचेरो लोग आ जाते हैं, कर जाते हैं, तो उनकी गलती आप हमारे सर पे नहीं तोप सकते। आप आए, आप भाई बताना तो आपको फर्ज है ना कि आपने मॉडरेटर बनाया हुआ है अस्कानी साहब। वो मेरी मर्जी, मेरा बरोड़े में जिसको तो सर यही तो कह रहा हूँ ना, यही तो कह रहा हूँ। मेरे मोहतरम भाई आप आए, आप हमारे भाई सर के वो सारे ये कैसे भाई कि वो बंदा नीचे के जनाब वो अंबिया के बारे में गुस्ताखी कर रहा है और आप कह रहे हैं कि मेरे भाई अंबिया की गारंटी नहीं है। देखें आप अल्लाह को प्यार करते हैं। हाँ जी अस्कानी साहब हुन दसो जरा, अल्लाह पूछ ले, हुन तुसी मुसलमानां दी गल दे विच उस बंदे नूं ना तुसी थल्ले पे लांदे हो ना कुछ पे करदे हो। यार कैसे यार तुसी लोग वैसे कसम खुदा दी मैनू तो शर्म आंदी पई है ਤੁਹਾਡੇ ਉੱਤੇ और तुसी पे ਕਹਿੰਦੇ ਹੋ ਕਿ ਤੁਹਾਡੇ ਨਾਲੋਂ ਜਿਹੜਾ ਹੈ ਨਾ ਉਹ ਕੋਈ ਜਿਹੜਾ ਬੰਦਾ ਮੁਹੱਬਤ नहीं करदा या अहले बैत नाल मुहब्बत नहीं करदा या दूसरे तीसरे। मलिक साहब की हो गया इत्थे वो आमिर साहब चवलां पे मारदे ने, होर की होना। कौन मेरी गल है ये अगे ना मैनू लाइव शेयर हुई है, मैं आया वहां लाइव दे उत्ते ना, ठीक है, थल्ले बंदा बह के ਜਿਹੜਾ ਨਾ ਉਹ ਸਰਕਾਰ ਅਲੀ ਸਲਾਤੁ ਸਲਾਮ ਦੇ ਬਾਰੇ ਦੇ ਵਿੱਚ ਨਾ ਉਹ ਬਕਾਇਦਾ ਗਾਲਾਂ पे ਕੱਢਦਾ ਵੇ, ਯਾਨੀ ਮਾਂ ਭੈਣ ਦੀਆਂ ਨਾ ਉਹ ਗਾਲਾਂ पे ਕੱਢਦਾ ਵੇ ਤੇ हजरत अम्मा सिद्दीका ਦੇ ਬਾਰੇ ਦੇ ਵਿੱਚ ਬਕਵਾਸ पे ਕਰਦਾ। मैं ਉਹਨੂੰ ਨਾ 2 ਵਾਰੀ ਜਵਾਬ ਦਿੱਤਾ और जवाब देने तो बाद मैं थल्ले लिखिया आमिर नज़ीर भाई प्लीज इसको म्यूट करें या ब्लॉक करें, और मैं कॉपी पेस्ट किया 4-5 जारी, ठीक है जी। टाक मास्टर ने मैनू म्यूट कर दिता, वो बंदा लगातार गुस्ताखी करता रहा। मैं आया वहां अस्कानी साहब दी लाइव दे उत्ते हुण दोबारा, ठीक है जी, मैं अस्कानी साहब दी लाइव दे उत्ते आया ते मैं आके इन्नी को गल कीती है, मैं कहा देखो यार तुसी अगर जिंज कादियानी जमात दे बंदियां नूं थल्ले तुसी छूट दित्ती दी है मैसेज करन दी, ਤੇ ਫਿਰ ਤੁਹਾਡੇ ਮੋਡੀਨੇਟਰ ਜਿਹੜੇ ਕਾਦੀਆਨੀ ਨੇ ਉਹ ਫਿਰ ਜਿੰਜ ਅੰਬੀਆਂ ਨੂੰ ਗਾਲਾਂ ਪਕੜਦੇ ਨੇ, ਫਿਰ ਮਿਰਜ਼ੇ ਦੇ ਬਾਰੇ ਵੀ ਸੁਣਨ ਦੀ ਹਿੰਮਤ ਰੱਖਣ ਨਾ ਕਿ ਗਲਤ ਕੀਤੀ ਹੈ ਗੱਲ, ਗਾਲੀ ਨਹੀਂ ਨਿਕਾਲੀ, ਠੀਕ ਹੈ ਜੀ। ਮੈਂ ਕਿਹਾ ਜੀ ਕਿ ਜਿਹੜੀ ਉਹ ਹਰਕਤ ਕਰਦੇ ਨੇ, ਮੈਂ ਕਿਹਾ ਜਿਹੜੀ ਕਿ ਨਾਲ ਜਿਹੜੀ ਉਹ ਹਰਕਤ ਕਰਦੇ ਨੇ ਤੇ ਭਾਈ ਜੀ ਫਿਰ ਸੁਣਨ ਦੀ ਹਿੰਮਤ ਵੀ ਰੱਖਣ ਨਾ, ਫਿਰ ਟਾਕ ਮਾਸਟਰ ਕਿਉਂ ਇਹ ਗਲਤ ਕੀਤਾ ਇਹ ਮੈਂ ਇਹ ਦੇਖੋ ਜੀ ਮੈਂ ਤੁਹਾਨੂੰ ਨਹੀਂ ਵਿਖਾ ਦੇਣਾ, ਉਤੋਂ ਮਿਊਟ ਕੀਤਾ और म्यूट करन तो बाद मलिक साहब ਕਹਿੰਦੇ ਜੀ ਸਾਡੇ ਨਾਲ ਵੱਡਾ ਮੁਹਿੱਬੇ ਵਤਨ ਨਹੀਂ ਤੇ ਫਲਾਣਾ ਨਹੀਂ ਤੇ ਟਿੰਗ, ਉਹ ਭਾਈ ਜੀ ਹੋਵੇਗੇ ਤੁਸੀਂ, ਸਾਨੂੰ ਕੀ ਲੱਗੇ। ਤੁਸੀਂ ਕਾਦੀਆਨੀ ਨੂੰ ਫਿਰ ਬਿਠਾ ਕੇ ਸਰਕਾਰ ਦੀ ਗੁੱਸਾਖੀ ਪੇ ਹੁੰਦੀ ਹੈ, ਤੁਸੀਂ ਉਹ ਤੁਹਾਡੇ ਮੁਸਲਮਾਨਾਂ ਨੂੰ ਜਨਾਬ ਜੀ ਮਿਊਟ ਪੇ ਕਰਦੇ ਨੇ, ਅਸੀਂ ਤੁਹਾਡੇ ਨਾਲ ਗੱਲ ਹੀ ਨਹੀਂ ਕਰ ਸਕਦੇ। ਮਲਿਕ ਸਾਹਿਬ 1 ਮਿੰਟ ਦੱਸੋ ਸਹੀ ਨਾ ਕਿਹੜੇ ਬੰਦੇ ਇਹ ਜਿਹੜੀ ਆਈਡੀ ਹੈ ਕੀ ਨਾਂ ਲਿਖਿਆ ਉੱਤੇ
ਅਲ ਇਹਦਾ ਫਜ਼ਲ ਉੱਤੇ arts। ਲਿਖਿਆ ਦਾ alfazal.arts। ਠੀਕ ਹੈ ਜੀ। ਇੱਕ ਮਿੰਟ ਇਸ ਬੰਦੇ ਨੇ ਮੈਨੂੰ ਮੈਨੂੰ ਕਿਹਾ ਵੇ, ਠੀਕ ਹੈ ਜੀ, ਇਹ ਬੰਦਾ ਉੱਤੇ ਜਿਹੜਾ ਸੀ ਨਾ ਉਹ ਸਰਕਾਰ ਅਲੈਹਿਸਸਲਾਤੁ ਵਸਲਾਮ ਦੇ ਬਾਰੇ ਦੇ ਵਿੱਚ, ਇਹ ਮੈਂ ਤਸਵੀਰ ਉਦੋਂ ਖਿੱਚੀ ਹੈ ਕਿ ਜਦੋਂ ਟਾਕ ਮਾਸਟਰ ਨੇ ਮੈਨੂੰ ਮਿਊਟ ਕੀਤਾ। ਠੀਕ ਹੈ। ਇਹਦਾ ਮੈਸੇਜ ਸ਼ਾਤਮੀਅਤ ਵਾਲਾ ਕਿਹੜਾ ਤੁਸੀਂ ਕੀਤਾ ਹੈ ਕੋਈ? ਸਰ ਉਹ ਸ਼ਾਤਮੀਅਤ ਵਾਲੇ ਮੈਸੇਜ ਉੱਤੇ ਸਨ।